ਮੇਰਾ ਨਾਮ ਮੀਨਾ ਹੈ। ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੀ ਹਾਂ। ਮੇਰੀ ਇਹ ਕਹਾਣੀ ਮੇਰੇ ਸਹੁਰੇ ਘਰ 'ਚ ਮੇਰੇ ਉੱਪਰ ਹੋਏ ਜ਼ੁਲਮਾਂ ਦੀ ਹੈ। ਰੱਬ ਮੇਰੇ ਸਹੁਰੇ ਵਰਗਾ ਸਹੁਰਾ ਕਿਸੇ ਨੂੰ ਨਾ ਦੇਵੇ। ਮੈਂ ਉਸ ਘਰ ਵਿੱਚ ਵਿਧਵਾ ਸੀ ਤੇ 5 ਸਾਲ ਤਸੀਹੇ ਝੱਲਦੀ ਰਹੀ। ਘਰ ਵਿੱਚ ਮੌਜੂਦ ਹਰ ਕੋਈ ਮੇਰੇ ਬਾਰੇ ਵੱਖ-ਵੱਖ ਗੱਲਾਂ ਕਰ ਰਿਹਾ ਸੀ। ਉਹ ਬਹਿਸ ਕਰ ਰਹੇ ਸਨ ਕਿ ਵਿਧਵਾ ਹੋਣ ਤੋਂ ਬਾਅਦ ਮੈਨੂੰ ਆਪਣੇ ਪੇਕੇ ਘਰ ਰਹਿਣਾ ਚਾਹੀਦਾ ਹੈ ਜਾਂ ਆਪਣੇ ਸਹੁਰੇ ਘਰ। ਪਰ ਮੇਰੀ ਭਰਜਾਈ ਨਹੀਂ ਚਾਹੁੰਦੀ ਸੀ ਕਿ ਮੈਂ ਉਸਦੇ ਘਰ ਜਾ ਕੇ ਰਹਾਂ, ਕਿਉਂਕਿ ਮੇਰੇ ਭਰਾ ਦੀ ਆਮਦਨ ਬਹੁਤ ਘੱਟ ਹੈ। ਉਹ ਮੇਰੇ ਸਮੇਤ ਮੇਰੇ 2 ਬੱਚਿਆਂ ਦਾ ਬੋਝ ਚੁੱਕਣ ਤੋਂ ਝਿਜਕ ਰਹੀ ਸੀ। ਮੇਰਾ ਭਰਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਸਹੁਰੇ ਨੂੰ ਕਹਿ ਰਿਹਾ ਸੀ। ਮੇਰਾ ਭਰਾ ਵੀ ਕਿਸੇ ਨਾ ਕਿਸੇ ਤਰ੍ਹਾਂ ਮੇਰੀ ਭਾਬੀ ਨੂੰ ਕਹਿ ਰਿਹਾ ਸੀ ਕਿ ਜੋਤੀ, ਤੁਸੀਂ ਮੀਨਾ ਨੂੰ ਇਸ ਘਰ ਵਿੱਚ ਹਮੇਸ਼ਾ ਲਈ ਰਹਿਣ ਦਿਓ। ਆਖਿਰ ਉਹ ਵੀ ਇਸ ਘਰ ਦੀ ਨੀਂਹ ਹੈ। ਮੇਰੀ ਵਿਚਾਰੀ ਮਾਂ ਉੱਥੇ ਚੁੱਪਚਾਪ ਬੈਠੀ ਰਹੀ ਅਤੇ ਸਾਰਿਆਂ ਦੀਆਂ ਗੱਲਾਂ ਸੁਣਦੀ ਰਹੀ। ਸ਼ਾਇਦ ਉਹ ਕੁਝ ਕਹਿਣ ਦੀ ਸਥਿਤੀ ਵਿੱਚ ਨਹੀਂ ਸੀ। ਉਹ ਵੀ ਮੇਰੇ ਭਰਾ ਅਤੇ ਭਰਜਾਈ ਦੇ ਸਹਾਰੇ ਆਪਣਾ ਜੀਵਨ ਬਤੀਤ ਕਰ ਰਹੀ ਸੀ। ਮੈਂ ਸਿਰ ਝੁਕਾ ਕੇ ਚੁੱਪ ਬੈਠੀ ਰਹੀ। ਨਾ ਤਾਂ ਮੈਂ ਉਹਨਾਂ ਦੀ ਬਹਿਸ ਵਿੱਚ ਕੁਝ ਕਹਿ ਸਕਦੀ ਸੀ ਅਤੇ ਨਾ ਹੀ ਉਹਨਾਂ ਨੂੰ ਦੱਸ ਸਕਦੀ ਸੀ ਕਿ ਮੈਂ ਕੀ ਕਰਨਾ ਸੀ। ਮੇਰੇ ਪਤੀ, ਜਿਸ ਦਾ ਨਾਮ ਰਵੀ ਸੀ, ਦੇ ਜਾਣ ਤੋਂ ਬਾਅਦ ਇੰਜ ਲੱਗ ਰਿਹਾ ਸੀ ਜਿਵੇਂ ਮੇਰੀ ਦੁਨੀਆ ਹੀ ਤਬਾਹ ਹੋ ਗਈ ਹੋਵੇ। ਮੈਨੂੰ ਨਹੀਂ ਪਤਾ ਸੀ ਕਿ ਰਵੀ ਅਚਾਨਕ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲਾ ਜਾਵੇਗਾ। ਮੈਂ ਪੂਰੀ ਤਰ੍ਹਾਂ ਇਕੱਲੀ ਸੀ। ਮੇਰੇ ਨਾਲ ਮੇਰੇ 2 ਬੱਚੇ ਵੀ ਅਨਾਥ ਹੋ ਗਏ ਸਨ। ਰਵੀ ਨਾਲ ਵਿਆਹ ਮੇਰੀ ਪਸੰਦ ਨਾਲ ਹੀ ਹੋਇਆ ਸੀ, ਪਰ ਵਿਆਹ ਤੋਂ ਬਾਅਦ ਅਸੀਂ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗ ਪਏ। ਮੈਂ ਵੀ ਆਪਣੇ ਵਿਆਹੁਤਾ ਜੀਵਨ ਤੋਂ ਪਹਿਲਾਂ ਕਦੇ ਕਿਸੇ ਅਜਨਬੀ ਨੂੰ ਨਜ਼ਰਾਂ ਚੁੱਕ ਕੇ ਨਹੀਂ ਦੇਖਿਆ ਸੀ। ਮੇਰੇ ਪਤੀ ਰਵੀ ਮੇਰੀ ਜ਼ਿੰਦਗੀ ਵਿੱਚ ਆਉਣ ਵਾਲੇ ਪਹਿਲੇ ਵਿਅਕਤੀ ਸਨ ਅਤੇ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ। ਅਤੇ ਜਦੋਂ ਸਾਡੇ ਦੋਵੇਂ ਬੱਚੇ ਇਸ ਦੁਨੀਆ ਵਿੱਚ ਆਏ ਤਾਂ ਸਾਡੀ ਜ਼ਿੰਦਗੀ ਹਰ ਤਰ੍ਹਾਂ ਨਾਲ ਸੰਪੂਰਨ ਸੀ। ਇਹ ਬੱਚੇ ਸਾਡੇ ਪਿਆਰ ਦਾ ਪ੍ਰਤੀਕ ਸਨ ਅਤੇ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਮੈਨੂੰ ਮੇਰੇ ਸਹੁਰੇ ਘਰ ਦੀ ਕਿਸੇ ਵੀ ਚੀਜ਼ ਤੋਂ ਕੋਈ ਪਰੇਸ਼ਾਨੀ ਨਹੀਂ ਸੀ। ਮੇਰੀ ਸੱਸ ਨਹੀਂ ਸੀ, ਉਹ ਮੇਰੇ ਵਿਆਹ ਤੋਂ ਪਹਿਲਾਂ ਹੀ ਗੁਜ਼ਰ ਗਈ ਸੀ। ਰਵੀ ਦੀ ਇੱਕ ਭੈਣ ਸੀ, ਉਸ ਦੀ ਭੈਣ ਵਿਆਹੀ ਹੋਈ ਸੀ। ਉਸ ਦਾ ਸਹੁਰਾ ਘਰ ਸਾਡੇ ਘਰ ਤੋਂ ਬਹੁਤ ਦੂਰ ਸੀ, ਜਿਸ ਕਾਰਨ ਉਹ ਸਾਲ ਵਿੱਚ ਇੱਕ ਵਾਰ ਹੀ ਆਉਂਦੀ ਸੀ। ਘਰ ਵਿੱਚ ਸਿਰਫ ਮੇਰਾ ਸਹੁਰਾ, ਮੇਰਾ ਪਤੀ ਅਤੇ ਸਾਡੇ 2 ਬੱਚੇ ਸਨ। ਕੁਝ ਦਿਨਾਂ ਤੋਂ ਰਵੀ ਨੂੰ ਦਫ਼ਤਰ ਤੋਂ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਉਹ ਕਾਫੀ ਉਦਾਸ ਰਹਿਣ ਲੱਗ ਪਿਆ ਸੀ। ਉਸ ਦੀ ਕੰਪਨੀ ਨੂੰ ਭਾਰੀ ਨੁਕਸਾਨ ਹੋ ਰਿਹਾ ਸੀ, ਜਿਸ ਕਾਰਨ ਕਈ ਕਾਮਿਆਂ ਨੂੰ ਕੰਪਨੀ ਵਿੱਚੋਂ ਕੱਢਿਆ ਜਾ ਰਿਹਾ ਸੀ। ਰਵੀ ਵੀ ਬਹੁਤ ਚਿੰਤਤ ਸੀ, ਕਿਉਂਕਿ ਜੇਕਰ ਕੰਪਨੀ ਨੇ ਉਸ ਨੂੰ ਉੱਥੋਂ ਕੱਢ ਦਿੱਤਾ ਤਾਂ ਉਹ ਹੋਰ ਨੌਕਰੀ ਕਿਵੇਂ ਲੱਭੇਗਾ, ਕਿਉਂਕਿ ਅੱਜ ਕੱਲ੍ਹ ਕਿਸੇ ਚੰਗੀ ਕੰਪਨੀ ਵਿੱਚ ਨੌਕਰੀ ਮਿਲਣੀ ਬਹੁਤ ਔਖੀ ਹੈ। ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਿਹਾ ਸੀ। ਮੈਂ ਉਸ ਨੂੰ ਬਹੁਤ ਸਮਝਾਇਆ ਅਤੇ ਦਿਲਾਸਾ ਦਿੱਤਾ, ਚਿੰਤਾ ਨਾ ਕਰੋ, ਸਭ ਕੁਝ ਠੀਕ ਹੋ ਜਾਵੇਗਾ, ਸਭ ਕੁਝ ਰੱਬ ਤੇ ਛੱਡ ਦਿਓ। ਪਰ ਉਹ ਮੈਨੂੰ ਦੱਸਦਾ ਕਿ ਮੈਨੂੰ ਬਹੁਤ ਮਿਹਨਤ ਤੋਂ ਬਾਅਦ ਨੌਕਰੀ ਮਿਲੀ ਹੈ। ਕਈ ਦਿਨ ਮੈਂ ਬੇਰੁਜ਼ਗਾਰ ਵਾਂਗ ਭਟਕਦਾ ਰਹਾ। ਮੈਂ ਬਹੁਤ ਮੁਸੀਬਤਾਂ ਝੱਲੀਆਂ। ਮੈਨੂੰ ਨਹੀਂ ਪਤਾ ਸੀ ਕਿ ਉਸਨੇ ਇਸ ਸਮੱਸਿਆ ਨੂੰ ਇੰਨਾ ਦਿਲ ਤੇ ਲਾ ਲਿਆ ਸੀ ਤੇ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਗਿਆ ਸੀ। ਫਿਰ ਇੱਕ ਦਿਨ ਕੰਪਨੀ ਤੋਂ ਬੁਰੀ ਖਬਰ ਆਈ, ਜਿਸ ਨੇ ਮੇਰੀ ਦੁਨੀਆ ਨੂੰ ਸਦਾ ਲਈ ਤਬਾਹ ਕਰ ਦਿੱਤਾ। ਪਤਾ ਲੱਗਾ ਕਿ ਰਵੀ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਸ ਦੇ ਸਾਥੀਆਂ ਨੇ ਦੱਸਿਆ ਕਿ ਰਵੀ ਦੇ ਖੱਬੇ ਪਾਸੇ ਅਚਾਨਕ ਤੇਜ਼ ਦਰਦ ਹੋਇਆ। ਉਹ ਦਰਦ ਨੂੰ ਨਜ਼ਰਅੰਦਾਜ਼ ਕਰਕੇ ਕੰਮ ਵਿੱਚ ਬਹੁਤ ਰੁੱਝਿਆ ਰਿਹਾ ਅਤੇ ਫਿਰ ਉਸ ਦਾ ਚਿਹਰਾ ਪਸੀਨੇ ਨਾਲ ਗਿੱਲਾ ਹੋ ਗਿਆ। ਕੁਰਸੀ ਤੇ ਬੈਠਿਆਂ ਹੀ ਉਹ ਬੇਹੋਸ਼ ਹੋ ਗਿਆ। ਫਿਰ ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਰਵੀ ਨੂੰ ਦਿਲ ਦਾ ਦੌਰਾ ਪਿਆ ਸੀ, ਜੋ ਉਸ ਲਈ ਘਾਤਕ ਸਾਬਤ ਹੋਇਆ। ਮੇਰੇ ਦੋਵੇਂ ਬੱਚੇ ਇੰਨੇ ਛੋਟੇ ਸਨ ਕਿ ਸਕੂਲ ਵੀ ਨਹੀਂ ਜਾਂਦੇ ਸਨ। ਛੋਟਾ ਬੇਟਾ 2 ਸਾਲ ਦਾ ਸੀ ਤੇ ਵੱਡਾ ਬੇਟਾ 4 ਸਾਲ ਦਾ। ਇੰਜ ਲੱਗ ਰਿਹਾ ਸੀ ਜਿਵੇਂ ਮੇਰੇ ਉੱਤੇ ਮੁਸ਼ਕਲਾਂ ਦੇ ਪਹਾੜ ਡਿੱਗ ਪਏ ਹੋਣ। ਮੇਰੇ ਭਰਾ ਦੀਆਂ ਗੱਲਾਂ ਤੋਂ ਸਾਫ਼ ਸੀ ਕਿ ਉਹ ਮੈਨੂੰ ਇੱਥੇ ਰੱਖਣ ਲਈ ਤਿਆਰ ਨਹੀਂ ਸੀ। ਮੇਰੇ ਸਹੁਰੇ ਨੇ ਉਹਨਾਂ ਨੂੰ ਕਿਹਾ ਕਿ ਰਵੀ ਦੀ ਮੌਤ ਤੋਂ ਬਾਅਦ ਇਸ ਘਰ ਤੇ ਮੀਨਾ ਦਾ ਪੂਰਾ ਹੱਕ ਹੈ, ਉਹ ਇੱਥੇ ਰਹਿ ਸਕਦੀ ਹੈ। ਇਹ ਸੁਣ ਕੇ ਮੇਰਾ ਭਰਾ ਅਤੇ ਭਰਜਾਈ ਬਹੁਤ ਖੁਸ਼ ਹੋਏ ਅਤੇ ਮੇਰੇ ਸਹੁਰੇ ਨੂੰ ਕਿਹਾ ਕਿ ਤੁਸੀਂ ਇੰਨੇ ਵੱਡੇ ਦਿਲ ਵਾਲੇ ਹੋ ਕਿ ਤੁਸੀਂ ਆਪਣੀ ਨੂੰਹ ਅਤੇ ਪੋਤੇ ਪੋਤੀਆਂ ਦਾ ਇੰਨਾ ਧਿਆਨ ਰੱਖਦੇ ਹੋ।
ਮੇਰੇ ਸਹੁਰਾ ਪਹਿਲਾਂ ਫੌਜ ਵਿੱਚ ਕੰਮ ਕਰਦੇ ਸਨ। ਆਪਣੀ ਰਿਟਾਇਰਮੈਂਟ ਤੋਂ ਬਾਅਦ ਉਹ ਆਜ਼ਾਦੀ ਦਾ ਜੀਵਨ ਬਤੀਤ ਕਰ ਰਹੇ ਸਨ। ਵੈਸੇ ਵੀ ਉਹਨਾਂ ਦੀ ਪੈਨਸ਼ਨ ਤੋਂ ਮਿਲੀ ਰਕਮ ਇੰਨੀ ਸੀ ਕਿ ਉਹ ਆਪਣੇ ਨਾਲ 3 ਜਾਣਿਆਂ ਨੂੰ ਪਾਲ ਸਕਦੇ ਸਨ, ਪਰ ਉਹ ਬਹੁਤ ਕੰਜੂਸ ਸੀ ਤੇ ਉਸਨੇ ਆਪਣੀ ਸਾਰੀ ਪੈਨਸ਼ਨ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੀ ਅਤੇ ਸਾਨੂੰ 1 ਪੈਸਾ ਵੀ ਨਹੀਂ ਦਿੱਤਾ। ਹਾਲਾਂਕਿ ਰਵੀ ਕਈ ਵਾਰ ਆਪਣੀ ਬਿਮਾਰੀਆਂ ਕਾਰਨ ਪਰੇਸ਼ਾਨ ਰਹਿੰਦਾ ਸੀ, ਪਰ ਫਿਰ ਵੀ ਉਸਦੇ ਪਿਤਾ ਨੂੰ ਆਪਣੇ ਬੇਟੇ ਤੇ ਤਰਸ ਨਹੀਂ ਆਇਆ, ਸਗੋਂ ਉਸਨੂੰ ਸਿੱਧਾ ਕਿਹਾ ਕਿ ਤੁਹਾਡੀ ਪਤਨੀ ਅਤੇ ਬੱਚਿਆਂ ਦੇ ਖਰਚੇ ਪੂਰੇ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ, ਮੇਰੀ ਨਹੀਂ। ਇਸ ਲਈ ਆਪਣੇ ਖਰਚੇ ਆਪ ਹੀ ਦੇਖੋ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ, ਕਿਉਂਕਿ ਉਹ ਸਾਡੇ ਨਾਲ ਰਹਿੰਦਾ ਸੀ ਅਤੇ ਉਸ ਦਾ ਸਾਰਾ ਕੰਮ ਵੀ ਅਸੀਂ ਹੀ ਕਰਦੇ ਸੀ। ਰਵੀ ਅਤੇ ਮੈਂ ਆਪਣੇ 2 ਬੱਚਿਆਂ ਨਾਲ ਉੱਪਰਲੀ ਮੰਜ਼ਿਲ ਤੇ ਰਹਿੰਦੇ ਸੀ। ਮੇਰਾ ਸਹੁਰਾ ਹੇਠਾਂ ਆਪਣੇ ਕਮਰੇ ਵਿੱਚ ਰਹਿੰਦਾ ਸੀ। ਮੈਂ ਤਿੰਨੋਂ ਟਾਈਮ ਖਾਣਾ ਉਸ ਦੇ ਕਮਰੇ ਵਿੱਚ ਪਹੁੰਚਾ ਦਿੰਦੀ ਅਤੇ ਚਾਹ ਆਦਿ ਤਿਆਰ ਕਰਕੇ ਉਸ ਦੇ ਕਮਰੇ ਵਿੱਚ ਦੇ ਆਉਂਦੀ। ਕਈ ਵਾਰ ਮੈਂ ਤੰਗ ਆ ਕੇ ਰਵੀ ਨੂੰ ਕਹਿ ਦਿੰਦੀ ਕਿ ਅਸੀਂ ਆਪਣੇ ਪਿਤਾ ਦੀ ਬਹੁਤ ਸੇਵਾ ਕਰਦੇ ਹਾਂ, ਪਰ ਉਹ ਆਪਣੀ ਕਮਾਈ ਵਿੱਚੋਂ ਸਾਡੇ ਉੱਤੇ 1 ਪੈਸਾ ਵੀ ਖਰਚਣ ਲਈ ਤਿਆਰ ਨਹੀਂ ਸੀ। ਇਸ ਲਈ ਰਵੀ ਨੇ ਮੈਨੂੰ ਸਮਝਾਇਆ ਕਿ ਉਸਨੇ ਆਪਣੀ ਦੌਲਤ ਦਾ ਕੀ ਕਰਨਾ ਹੈ, ਉਹ ਸਾਡੇ ਲਈ ਹੀ ਬਚਾ ਰਹੇ ਹਨ। ਇਹ ਗੱਲਾਂ ਸੁਣ ਕੇ ਮੈਂ ਚੁੱਪ ਹੋ ਜਾਂਦੀ ਅਤੇ ਸੋਚਦੀ ਕਿ ਰਵੀ ਸਹੀ ਹੈ ਅਤੇ ਮੈਂ ਉਸ ਦੀਆਂ ਗੱਲਾਂ ਨੂੰ ਸੱਚ ਮੰਨਣ ਲੱਗ ਪਈ ਸੀ। ਹੁਣ ਜਦੋਂ ਰਵੀ ਦੇ ਜਾਣ ਤੋਂ ਬਾਅਦ ਉਹ ਮੈਨੂੰ ਉੱਪਰਲੀ ਮੰਜ਼ਿਲ ਦੇਣ ਲਈ ਤਿਆਰ ਸੀ, ਤਾਂ ਮੇਰੀ ਵਿਚਾਰੀ ਮਾਂ ਨੇ ਇਸ ਗੱਲ ਤੇ ਕੁਝ ਨਹੀਂ ਕਿਹਾ, ਪਰ ਮੇਰੇ ਭਰਾ ਅਤੇ ਭਰਜਾਈ ਨੂੰ ਆਰਾਮ ਮਿਲਿਆ। ਮੇਰੀ ਭਰਜਾਈ ਸ਼ਾਇਦ ਖੁਸ਼ ਸੀ, ਕਿਉਂਕਿ ਹੁਣ ਉਸ ਦੀ ਵਿਧਵਾ ਭਰਜਾਈ ਉਸ ਦੇ ਘਰ ਨਹੀਂ ਜਾ ਰਹੀ ਸੀ, ਜਦੋਂ ਕਿ ਮੇਰੇ ਸਹੁਰੇ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੀਨਾ ਅਤੇ ਉਸ ਦੇ ਬੱਚੇ ਹਮੇਸ਼ਾ ਉੱਪਰਲੀ ਮੰਜ਼ਿਲ ਤੇ ਰਹਿਣਗੇ। ਇਹ ਸੁਣ ਕੇ ਉਹ ਪੂਰੀ ਤਰ੍ਹਾਂ ਸ਼ਾਂਤ ਹੋ ਗਈ। ਮੈਂ ਇਹ ਵੀ ਸੋਚ ਰਹੀ ਸੀ ਕਿ ਸਹੁਰੇ ਨਾਲ ਮੇਰਾ ਰਿਸ਼ਤਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ। ਰਵੀ ਦੇ ਜਾਂਦੇ ਹੀ ਮੇਰੇ ਲਈ ਉਹ ਰਿਸ਼ਤਾ ਵੀ ਖਤਮ ਹੋ ਗਿਆ, ਪਰ ਹਾਂ, ਉਹ ਰਿਸ਼ਤੇਦਾਰੀ ਕਰਕੇ ਮੇਰੇ ਬੱਚਿਆਂ ਦਾ ਦਾਦਾ ਵੀ ਸੀ। ਮੈਂ ਆਪਣੀ ਮਾਂ ਦੀ ਬੇਵਸੀ ਨੂੰ ਸਮਝ ਸਕਦੀ ਸੀ ਅਤੇ ਮੈਂ ਉਸ ਦੇ ਕੁਝ ਨਾ ਬੋਲਣ ਦਾ ਕਾਰਨ ਵੀ ਸਮਝ ਗਈ। ਉਹ ਮੇਰੇ ਭਰਾ ਦੇ ਸਾਹਮਣੇ ਕੁਝ ਨਹੀਂ ਕਹਿ ਸਕਦੀ ਸੀ। ਮੇਰੇ ਪਤੀ ਦੀ ਮੌਤ ਨੂੰ ਕੁਝ ਹੀ ਦਿਨ ਹੋਏ ਸਨ, ਇਸ ਲਈ ਮੈਂ ਨਾ ਤਾਂ ਬਾਹਰ ਜਾ ਸਕਦੀ ਸੀ ਅਤੇ ਨਾ ਹੀ ਕਿਸੇ ਅਜਨਬੀ ਦੇ ਸਾਹਮਣੇ ਆ ਸਕਦੀ ਸੀ। ਇਸ ਲਈ ਮੈਂ ਚੁੱਪਚਾਪ ਆਪਣੀ ਜ਼ਿੰਦਗੀ ਦਾ ਫੈਸਲਾ ਹੁੰਦੇ ਦੇਖ ਰਹੀ ਸੀ। ਜਦੋਂ ਰਵੀ ਦੀ ਮੌਤ ਹੋ ਗਈ ਤਾਂ ਮੇਰੀ ਨਨਦ ਨਹੀਂ ਆ ਸਕੀ। ਉਹ ਬੱਚੇ ਨੂੰ ਜਨਮ ਦੇਣ ਵਾਲੀ ਸੀ ਅਤੇ ਡਿਲੀਵਰੀ ਲਈ ਸਿਰਫ 2 ਦਿਨ ਬਾਕੀ ਸਨ, ਪਰ ਵਿਚਾਰੀ ਸਦਮੇ ਕਾਰਨ ਬਹੁਤ ਬੁਰੀ ਆਪਣੇ ਭਰਾ ਦੀ ਖਬਰ ਮਿਲੀ। ਉਹ ਬਹੁਤ ਬੇਚੈਨ ਹੋ ਗਈ ਅਤੇ ਆਪਣੇ ਭਰਾ ਦੀ ਮੌਤ ਤੋਂ ਬਾਅਦ ਵੀ ਆਖਰੀ ਵਾਰ ਉਸ ਨੂੰ ਮਿਲਣ ਨਹੀਂ ਆ ਸਕੀ। ਇਸ ਹਾਲਤ ਵਿੱਚ ਉਹ ਆਪਣਾ ਦੁੱਖ ਜ਼ਾਹਰ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੀ ਸੀ। ਫਿਰ ਮਾਂ ਅਤੇ ਭਰਾ ਮੇਰੇ ਸਿਰ ਤੇ ਹੱਥ ਰੱਖ ਕੇ ਚਲੇ ਗਏ। ਜਾਂਦੇ ਸਮੇਂ ਮਾਂ ਨੇ ਕਿਹਾ, ਬੇਟੀ, ਜੇ ਤੈਨੂੰ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਮੈਨੂੰ ਤੁਰੰਤ ਦੱਸੋ। ਮਾਂ ਦੀ ਗੱਲ ਸੁਣ ਕੇ ਮੈਂ ਸੋਚ ਰਹੀ ਸੀ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਤੋਂ ਇਲਾਵਾ ਹੋਰ ਕੀ ਬਚਿਆ ਹੈ, ਪਰ ਉਸ ਦੇ ਹੌਸਲੇ ਭਰੇ ਬੋਲ ਮੇਰੇ ਦਿਲ ਨੂੰ ਸ਼ਾਂਤੀ ਦੇ ਰਹੇ ਸਨ। ਉਹਨਾਂ ਦੇ ਚਲੇ ਜਾਣ ਤੋਂ ਬਾਅਦ ਮੈਂ ਇਸ ਬਾਰੇ ਚਿੰਤਤ ਸੀ, ਇੰਨੇ ਵੱਡੇ ਘਰ ਵਿੱਚ ਮੈਂ ਇਕੱਲੀ ਕਿਵੇਂ ਰਹਾਂਗੀ। ਮੇਰਾ ਸਹੁਰਾ ਸਾਰਾ ਦਿਨ ਆਪਣੇ ਕਮਰੇ ਵਿੱਚ ਥੱਲੇ ਰਹਿੰਦਾ, ਉਹ ਕਦੇ ਵੀ ਉੱਪਰ ਨਹੀਂ ਆਉਂਦਾ ਸੀ। ਸਗੋਂ ਮੈਂ ਖਾਣਾ ਅਤੇ ਚਾਹ ਪਰੋਸਣ ਲਈ ਹੇਠਾਂ ਜਾਂਦੀ ਸੀ ਅਤੇ ਬੱਚੇ ਵੀ ਖੇਡਣ ਲਈ ਹੇਠਾਂ ਜਾਂਦੇ ਸਨ, ਪਰ ਮੇਰੇ ਸਹੁਰੇ ਨੂੰ ਬੱਚਿਆਂ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਸੀ। ਇਸ ਲਈ ਕੁਝ ਸਮੇਂ ਬਾਅਦ ਉਹ ਬੱਚਿਆਂ ਨੂੰ ਆਪਣੀ ਮਾਂ ਕੋਲ ਜਾ ਕੇ ਉੱਪਰ ਖੇਡਣ ਲਈ ਕਹਿੰਦਾ। ਹੋਰਨਾਂ ਲੋਕਾਂ ਵਾਂਗ ਉਸ ਨੂੰ ਬੱਚਿਆਂ ਨਾਲ ਬਹੁਤਾ ਪਿਆਰ ਨਹੀਂ ਸੀ। ਰਵੀ ਮੈਨੂੰ ਦੱਸਦਾ ਸੀ ਕਿ ਸ਼ਾਇਦ ਉਸਨੇ ਆਪਣੀ ਫੌਜ ਵਿੱਚ ਜ਼ਿੰਦਗੀ ਬਿਤਾਈ ਹੈ ਅਤੇ ਇਸੇ ਲਈ ਉਹ ਬੱਚਿਆਂ ਨਾਲ ਅਜਿਹਾ ਵਿਵਹਾਰ ਕਰਦਾ ਹੈ। ਕੋਈ ਗੱਲ ਨਹੀਂ, ਉਹ ਆਪਣੀ ਜ਼ਿੰਦਗੀ ਦੇ ਮਾਲਕ ਹਨ, ਜਿਵੇਂ ਉਹ ਚਾਹਣ ਉਵੇਂ ਰਹਿਣ। ਹੁਣ ਮੈਂ ਆਪਣੀ ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੇ ਸਹੁਰੇ 'ਤੇ ਨਿਰਭਰ ਸੀ। ਜੇ ਮੇਰੇ ਕੋਲ ਸਬਜ਼ੀ, ਦੁੱਧ ਜਾਂ ਖਾਣਾ ਪਕਾਉਣ ਲਈ ਕੁਝ ਮੰਗਾਉਣ ਵਰਗਾ ਕੋਈ ਕੰਮ ਹੁੰਦਾ ਤਾਂ ਮੈਨੂੰ ਉਸ ਨੂੰ ਹੀ ਪੁੱਛਣਾ ਪੈਂਦਾ ਸੀ। ਮੈਂ ਸੋਚਣ ਲੱਗੀ ਕਿ ਹੁਣ ਮੈਨੂੰ ਸਹੁਰੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਪਵੇਗੀ। ਰਵੀ ਦੀ ਮੌਤ ਤੋਂ ਬਾਅਦ ਹੁਣ ਇਹ ਸਾਰੀ ਜ਼ਿੰਮੇਵਾਰੀ ਮੈਨੂੰ ਇਕੱਲੇ ਹੀ ਚੁੱਕਣੀ ਪਵੇਗੀ। ਫਿਰ ਮੈਂ ਉੱਠ ਕੇ ਰਸੋਈ ਵਿੱਚ ਜਾ ਕੇ ਖਾਣਾ ਬਣਾਉਣ ਲੱਗੀ। ਮੈਂ ਸੋਚਣ ਲੱਗੀ ਕਿ ਬੱਚਿਆਂ ਦੇ ਜਾਗਣ ਤੋਂ ਪਹਿਲਾਂ ਹੀ ਖਾਣਾ ਬਣਾ ਕੇ ਤਿਆਰ ਕਰ ਲਵਾਂਗੀ। ਮੈਂ ਝੱਟ ਸਾਰਾ ਖਾਣਾ ਤਿਆਰ ਕਰਕੇ ਇੱਕ ਪਾਸੇ ਰੱਖ ਲਿਆ। ਜਿਵੇਂ ਹੀ ਮੈਂ ਖਾਣਾ ਤਿਆਰ ਕੀਤਾ, ਮੈਂ ਇਸ ਨੂੰ ਆਪਣੇ ਸਹੁਰੇ ਕੋਲ ਲੈ ਜਾਣਾ ਸੀ। ਪਹਿਲਾਂ ਗੱਲ ਵੱਖਰੀ ਸੀ, ਹੁਣ ਮੈਨੂੰ ਹੇਠਾਂ ਜਾਣਾ ਅਜੀਬ ਲੱਗ ਰਿਹਾ ਸੀ, ਪਰ ਫਿਰ ਦਿਲ ਵਿੱਚ ਖਿਆਲ ਆਇਆ ਕਿ ਪੈਸੇ ਲਈ ਸਹੁਰੇ ਅੱਗੇ ਵੀ ਜਾਣਾ ਪਵੇਗਾ। ਜੇਕਰ ਹੱਥ ਫੈਲਾਉਣੇ ਹਨ ਤਾਂ ਇਹਨਾਂ ਨੂੰ ਖਾਣਾ ਦੇਣ ਜਾਂ ਉਹਨਾਂ ਦਾ ਕੋਈ ਕੰਮ ਕਰਨ ਤੋਂ ਕਿਉਂ ਝਿਜਕਣਾ। ਇਹ ਸੋਚ ਕੇ ਮੈਂ ਸਾਰਾ ਖਾਣਾ ਟਰੇ ਵਿੱਚ ਰੱਖ ਲਿਆ
ਅਤੇ ਸਹੁਰੇ ਨੂੰ ਦੇਣ ਲਈ ਹੇਠਾਂ ਆ ਗਈ। ਮੈਂ ਉਸ ਦੇ ਕਮਰੇ ਵਿੱਚ ਉਸ ਦੇ ਮੇਜ਼ 'ਤੇ ਖਾਣਾ ਰੱਖਿਆ। ਕਮਰੇ ਦੇ ਬਾਥਰੂਮ ਵਿੱਚੋਂ ਪਾਣੀ ਡਿੱਗਣ ਦੀ ਆਵਾਜ਼ ਆ ਰਹੀ ਸੀ। ਮੈਂ ਸੋਚਿਆ ਸ਼ਾਇਦ ਉਹ ਨਹਾ ਰਹੇ ਸੀ। ਮੈਂ ਸੋਚਿਆ ਕਿ ਜਦੋਂ ਤੱਕ ਉਹ ਨਹਾ ਕੇ ਵਾਪਸ ਆਉਣਗੇ ਤਾਂ ਖਾਣਾ ਠੰਡਾ ਹੋ ਜਾਵੇਗਾ। ਇਸ ਸੋਚ ਕੇ ਮੈਂ ਖਾਣਾ ਚੁੱਕਿਆ ਅਤੇ ਪਿੱਛੇ ਮੁੜਨ ਲੱਗੀ। ਉਦੋਂ ਹੀ ਅਚਾਨਕ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਿਆ। ਸ਼ਾਇਦ ਮੇਰਾ ਸਹੁਰਾ ਨਹਾ ਕੇ ਬਾਹਰ ਆ ਗਿਆ ਸੀ। ਮੇਰੇ ਹੱਥਾਂ ਵਿੱਚ ਖਾਣੇ ਦੀ ਟਰੇ ਸੀ। ਉਸ ਨੇ ਸਿਰਫ ਪਜਾਮਾ ਪਾਇਆ ਹੋਇਆ ਸੀ ਅਤੇ ਉਸ ਦੇ ਸਰੀਰ 'ਤੇ ਹੋਰ ਕੋਈ ਕੱਪੜਾ ਨਹੀਂ ਸੀ। ਮੈਂ ਅੱਖਾਂ ਨੀਵੀਆਂ ਕੀਤੀਆਂ। ਫਿਰ ਉਸ ਨੂੰ ਦੱਸਿਆ ਕਿ ਮੈਂ ਉਸ ਲਈ ਖਾਣਾ ਲਿਆਈ ਸੀ। ਉਸ ਨੇ ਮੈਨੂੰ ਖਾਣਾ ਰੱਖਣ ਲਈ ਕਿਹਾ। ਮੈਂ ਭੋਜਨ ਉਸ ਦੇ ਮੇਜ਼ 'ਤੇ ਰੱਖ ਦਿੱਤਾ। ਮੈਂ ਪਿੱਛੇ ਮੁੜਨ ਹੀ ਲੱਗੀ ਸੀ ਕਿ ਅਚਾਨਕ ਮੇਰੇ ਪਿੱਛੇ ਖੜੇ ਮੇਰੇ ਸਹੁਰੇ ਨਾਲ ਮੈਂ ਟਕਰਾ ਗਈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਮਾਫ਼ ਕਰਨਾ, ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੇਰੇ ਪਿੱਛੇ ਖੜੇ ਹੋ। ਉਹ ਵੀ ਮੇਰੇ ਕੋਲੋਂ ਮਾਫ਼ੀ ਮੰਗਣ ਲੱਗ ਪਿਆ ਤੇ ਕਹਿਣ ਲੱਗਾ, ਨਹੀਂ, ਮੈਂ ਆਪਣੀ ਐਨਕ ਚੁੱਕ ਰਿਹਾ ਸੀ। ਮੈਂ ਝੱਟ ਡਰ ਕੇ ਕਮਰੇ ਤੋਂ ਬਾਹਰ ਆ ਗਈ। ਮੈਂ ਬਹੁਤ ਅਜੀਬ ਮਹਿਸੂਸ ਕਰ ਰਹੀ ਸੀ। ਮੈਂ ਆਪਣੇ ਕਮਰੇ ਵੱਲ ਭੱਜੀ। ਰਸੋਈ ਵਿੱਚ ਸਾਰਾ ਰਾਸ਼ਨ ਖਤਮ ਹੋ ਗਿਆ ਸੀ। ਮੈਂ ਆਪਣੇ ਸਹੁਰੇ ਨੂੰ ਰਸੋਈ ਦਾ ਰਾਸ਼ਨ ਲਿਆਉਣ ਬਾਰੇ ਕਹਿਣਾ ਸੀ। ਮੈਂ ਉਸ ਨਾਲ ਗੱਲ ਕਰਨ ਦਾ ਮੌਕਾ ਲੱਭ ਰਹੀ ਸੀ। ਦੋਵੇਂ ਬੱਚੇ ਜਾਗ ਰਹੇ ਸਨ, ਇਸ ਲਈ ਉਹਨਾਂ ਦੇ ਸਾਹਮਣੇ ਬਹੁਤ ਸਾਰੇ ਖਿਡੌਣੇ ਰੱਖ ਕੇ ਉਹਨਾਂ ਨੂੰ ਖੇਡਣ ਲਈ ਕਿਹਾ ਅਤੇ ਖੁਦ ਰਾਸ਼ਨ ਦੀ ਗੱਲ ਕਰਨ ਲਈ ਮੈਂ ਹੇਠਾਂ ਆਪਣੇ ਸਹੁਰੇ ਦੇ ਕਮਰੇ ਵਿੱਚ ਚਲੀ ਗਈ। ਉਹ ਮੰਜੇ 'ਤੇ ਪਏ ਸੀ ਪਰ ਜਾਗ ਰਹੇ ਸੀ। ਕਮਰੇ ਵਿੱਚ ਹਨੇਰਾ ਸੀ ਅਤੇ ਮੈਨੂੰ ਕੁਝ ਨਹੀਂ ਦਿਖਾਈ ਦੇ ਰਿਹਾ ਸੀ। ਇਸ ਲਈ ਮੈਂ ਉਸ ਨੂੰ ਹੌਲੀ-ਹੌਲੀ ਬੁਲਾਇਆ, ਸਹੁਰਾ ਜੀ, ਮੈਂ ਤੁਹਾਡੇ ਨਾਲ ਕੁਝ ਗੱਲ ਕਰਨੀ ਚਾਹੁੰਦੀ ਹਾਂ। ਮੇਰੀ ਆਵਾਜ਼ ਸੁਣ ਕੇ ਉਹ ਝੱਟ ਉੱਠ ਕੇ ਬੈਠ ਗਿਆ। ਫਿਰ ਉਸ ਨੇ ਇਸ਼ਾਰੇ ਨਾਲ ਮੈਨੂੰ ਆਪਣੇ ਨੇੜੇ ਬੁਲਾਇਆ। ਇੱਥੇ ਮੇਰੇ ਕੋਲ ਆ ਕੇ ਆਰਾਮ ਨਾਲ ਬੈਠ ਕੇ ਕਰੋ ਜੋ ਵੀ ਗੱਲ ਕਰਨੀ ਹੈ। ਮੈਨੂੰ ਉਸ ਦਾ ਇਹ ਕਹਿਣਾ ਥੋੜ੍ਹਾ ਅਜੀਬ ਲੱਗਿਆ, ਪਰ ਰਾਸ਼ਨ ਦੀ ਗੱਲ ਕਰਨੀ ਵੀ ਜ਼ਰੂਰੀ ਸੀ। ਇਸ ਲਈ ਮੈਂ ਚੁੱਪਚਾਪ ਉਸ ਦੇ ਸਾਹਮਣੇ ਆ ਕੇ ਦੂਜੇ ਪਾਸੇ ਜਾ ਕੇ ਬੈਠ ਗਈ। ਕਮਰੇ ਦਾ ਮਾਹੌਲ ਅਜੀਬ ਅਤੇ ਡਰਾਉਣਾ ਹੁੰਦਾ ਜਾ ਰਿਹਾ ਸੀ ਕਿਉਂਕਿ ਅਸੀਂ ਦੋਵੇਂ ਕਮਰੇ ਵਿੱਚ ਇਕੱਲੇ ਸੀ। ਮੈਨੂੰ ਡਰ ਲੱਗ ਰਿਹਾ ਸੀ। ਫਿਰ ਮੈਂ ਝੱਟ ਉਸ ਨੂੰ ਕਿਹਾ ਕਿ ਸਹੁਰਾ ਜੀ, ਰਸੋਈ ਦਾ ਰਾਸ਼ਨ ਖਤਮ ਹੋ ਗਿਆ ਹੈ। ਤੁਹਾਡੀ ਮਿਹਰਬਾਨੀ ਹੋਵੇਗੀ ਜੇ ਰਸੋਈ ਦਾ ਰਾਸ਼ਨ ਲਿਆ ਦਿੰਦੇ ਤਾਂ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ, ਕਿਉਂ ਨਹੀਂ, ਮੈਂ ਤੇਰੀ ਜ਼ਿੰਮੇਵਾਰੀ ਚੁੱਕੀ ਹੈ। ਹੁਣ ਜੇ ਤੁਹਾਨੂੰ ਕਿਸੇ ਵੀ ਚੀਜ਼ ਨਾਲ ਕੋਈ ਸਮੱਸਿਆ ਹੈ ਤਾਂ ਤੁਸੀਂ ਬਿਨਾਂ ਕਿਸੇ ਝਿਜਕ ਦੇ ਮੈਨੂੰ ਦੱਸ ਸਕਦੇ ਹੋ। ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਸ ਦੀਆਂ ਨਜ਼ਰਾਂ ਮੇਰੇ 'ਤੇ ਟਿਕੀਆਂ ਹੋਈਆਂ ਸਨ। ਮੈਂ ਅੱਖਾਂ ਨੀਵੀਆਂ ਕਰਕੇ ਬੈਠੀ ਸੀ। ਫਿਰ ਉਹ ਮੈਨੂੰ ਕਹਿਣ ਲੱਗਾ, ਮੀਨਾ, ਤੈਨੂੰ ਆਪਣੇ ਪਤੀ ਦੀ ਯਾਦ ਆ ਰਹੀ ਹੈ। ਉਸ ਦੀਆਂ ਗੱਲਾਂ ਮੈਨੂੰ ਥੋੜ੍ਹੀਆਂ ਜਿਹੀਆਂ ਅਜੀਬ ਲੱਗ ਰਹੀਆਂ ਸਨ। ਇਸ ਲਈ ਮੈਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਉਸ ਨੂੰ ਕਿਹਾ ਕਿ ਮੈਨੂੰ ਹਰ ਵੇਲੇ ਆਪਣੀ ਰਵੀ ਦੀ ਯਾਦ ਆਉਂਦੀ ਹੈ। ਉਸ ਦੇ ਜਾਣ ਤੋਂ ਬਾਅਦ ਇੰਝ ਲੱਗਦਾ ਹੈ ਜਿਵੇਂ ਮੇਰੀ ਜ਼ਿੰਦਗੀ ਦਾ ਮਕਸਦ ਹੀ ਖਤਮ ਹੋ ਗਿਆ ਹੋਵੇ। ਮੈਂ ਉਹਨਾਂ ਨੂੰ ਦੁਖੀ ਹੋ ਕੇ ਅਤੇ ਥੋੜ੍ਹੇ ਸ਼ਬਦਾਂ ਵਿੱਚ ਦੱਸ ਰਹੀ ਸੀ। ਫਿਰ ਉਹ ਮੈਨੂੰ ਦੱਸਣ ਲੱਗਾ ਕਿ ਮੈਨੂੰ ਵੀ ਹਰ ਵੇਲੇ ਆਪਣੀ ਪਤਨੀ ਦੀ ਘਾਟ ਮਹਿਸੂਸ ਹੁੰਦੀ ਹੈ। ਉਸ ਦੀ ਮੌਤ ਨੂੰ ਕਿੰਨੇ ਸਾਲ ਬੀਤ ਗਏ ਹਨ, ਪਰ ਦੂਜੇ ਵਿਆਹ ਦਾ ਖਿਆਲ ਮੇਰੇ ਮਨ ਵਿੱਚ ਕਦੇ ਨਹੀਂ ਆਇਆ, ਭਾਵੇਂ ਮੈਨੂੰ ਪਤਨੀ ਦੀ ਬਹੁਤ ਲੋੜ ਸੀ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮੈਂ ਕਿੰਨਾ ਸਿਹਤਮੰਦ ਅਤੇ ਫਿੱਟ ਹਾਂ। ਮੈਂ ਕਦੇ ਕਿਸੇ ਔਰਤ ਨੂੰ ਮੇਰੀ ਜ਼ਿੰਦਗੀ ਵਿੱਚ ਲਿਆਉਣ ਬਾਰੇ ਨਹੀਂ ਸੋਚਿਆ। ਉਹ ਮੇਰਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਮੈਂ ਸੋਚਣ ਲੱਗੀ ਕਿ ਉਹ ਵੱਡੀ ਉਮਰ ਦੇ ਸੀ ਪਰ ਉਹ ਲੱਗਦੇ ਨਹੀਂ ਸਨ। ਮੈਂ ਜਲਦੀ ਤੋਂ ਜਲਦੀ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਅਚਾਨਕ ਉਸਨੇ ਮੇਰੇ ਹੱਥ 'ਤੇ ਹੱਥ ਰੱਖ ਕੇ ਮੈਨੂੰ ਕਿਹਾ ਕਿ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ। ਜੋ ਵੀ ਤੁਹਾਡੀ ਇੱਛਾ ਜਾਂ ਜ਼ਰੂਰਤ ਹੈ ਤੁਸੀਂ ਆ ਕੇ ਮੈਨੂੰ ਦੱਸ ਸਕਦੇ ਹੋ ਅਤੇ ਬਿਲਕੁਲ ਵੀ ਚਿੰਤਾ ਨਾ ਕਰੋ। ਮੈਂ ਤੁਹਾਡੀ ਹਰ ਤਰ੍ਹਾਂ ਨਾਲ ਮਦਦ ਕਰਾਂਗਾ। ਉਸ ਦਾ ਹੱਥ ਮੇਰੇ ਹੱਥ 'ਤੇ ਸੀ ਅਤੇ ਮੈਂ ਬਹੁਤ ਅਜੀਬ ਮਹਿਸੂਸ ਕਰ ਰਹੀ ਸੀ। ਮੈਂ ਹੌਲੀ-ਹੌਲੀ ਆਪਣਾ ਹੱਥ ਪਿੱਛੇ ਖਿੱਚ ਲਿਆ ਅਤੇ ਜਲਦੀ ਨਾਲ ਆਪਣੀ ਥਾਂ ਤੋਂ ਖੜੀ ਹੋ ਗਈ ਤੇ ਕਿਹਾ, ਸਹੁਰਾ ਜੀ, ਰਾਸ਼ਨ ਜ਼ਰੂਰ ਲਿਆ ਦੇਣਾ। ਇਹ ਕਹਿ ਕੇ ਮੈਂ ਝੱਟ ਪੌੜੀਆਂ ਚੜ੍ਹ ਕੇ ਉੱਪਰ ਆ ਗਈ। ਮੈਂ ਅਜੇ ਵੀ ਉਸ ਦੇ ਹੱਥਾਂ ਨੂੰ ਆਪਣੇ ਹੱਥ ਉੱਤੇ ਮਹਿਸੂਸ ਕਰ ਰਹੀ ਸੀ ਅਤੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ। ਫਿਰ ਪਤਾ ਨਹੀਂ ਕਿਉਂ ਮੈਂ ਵਾਸ਼ ਬੇਸਨ ਵਿੱਚ ਸਾਬਣ ਨਾਲ ਹੱਥ ਧੋਣ ਲੱਗੀ। ਰਵੀ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਕੋਈ ਇੱਛਾ ਨਹੀਂ ਬਚੀ ਸੀ ਅਤੇ ਮੈਂ ਆਪਣੀ ਪੂਰੀ ਜ਼ਿੰਦਗੀ ਉਸ ਦੇ ਨਾਂ ਦੇ ਨਾਲ ਬਿਤਾਉਣਾ ਚਾਹੁੰਦੀ ਸੀ। ਅਗਲੇ ਦਿਨ ਮੇਰੇ ਸਹੁਰੇ ਨੇ ਬਹੁਤ ਸਾਰਾ ਰਾਸ਼ਨ ਲਿਆ ਕੇ ਰਸੋਈ ਵਿੱਚ ਭਰ ਦਿੱਤਾ। ਬੇਸ਼ੱਕ ਉਸ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਇੰਨੇ ਸਾਲਾਂ ਤੋਂ ਪੈਨਸ਼ਨ ਦੇ ਨਾਂ 'ਤੇ ਜੋ ਰਕਮ ਆ ਰਹੀ ਸੀ ਉਹ ਉਸ ਦੇ ਖਾਤੇ ਵਿੱਚ ਸੀ। ਉਹ ਬੱਚਿਆਂ ਲਈ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਖਿਡੌਣੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਵੀ ਲੈ ਕੇ ਆਇਆ, ਜਿਸ ਨੂੰ ਦੇਖ ਕੇ ਬੱਚੇ ਬਹੁਤ ਖੁਸ਼ ਹੋਏ। ਮੈਂ ਸੋਚਣ ਲੱਗੀ ਕਿ ਰਵੀ ਦੇ ਜਿਉਂਦੇ ਜੀ ਉਸਨੇ ਮੇਰੇ ਬੱਚਿਆਂ 'ਤੇ ਕਦੇ ਵੀ ਅਜਿਹਾ ਉਪਕਾਰ ਨਹੀਂ ਕੀਤਾ ਸੀ। ਸ਼ਾਇਦ ਇਹ ਸੋਚ ਕੇ ਕਰ ਰਹੇ ਸਨ ਕਿ ਹੁਣ ਇਹ ਬੱਚੇ ਯਤੀਮ ਹੋ ਗਏ ਹਨ
ਤਾਂ ਮੈਂ ਰਸੋਈ ਵਿੱਚ ਸਾਰਾ ਰਾਸ਼ਨ ਰੱਖ ਦਿੱਤਾ। ਇੱਕ ਦਿਨ ਦੁਪਹਿਰ ਦਾ ਖਾਣਾ ਖਾ ਕੇ ਤੇ ਦੋਵੇਂ ਬੱਚੇ ਸੌਣ ਤੋਂ ਬਾਅਦ ਮੈਂ ਨਹਾਉਣ ਬਾਰੇ ਸੋਚ ਕੇ ਬਾਥਰੂਮ ਵਿੱਚ ਚਲੀ ਗਈ। ਜਿਵੇਂ ਮੈਂ ਇਸ਼ਨਾਨ ਕਰਨ ਤੋਂ ਬਾਅਦ ਬਾਹਰ ਆਈ ਤਾਂ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਖੜਾ ਸੀ। ਮੈਂ ਉਸ ਨੂੰ ਦੇਖ ਕੇ ਦੰਗ ਰਹਿ ਗਈ। ਮੇਰੇ ਕੋਲ ਦੁਪੱਟਾ ਵੀ ਨਹੀਂ ਸੀ, ਮੇਰੇ ਗਿੱਲੇ ਵਾਲ ਵੀ ਖੁੱਲੇ ਹੋਏ ਸਨ। ਉਹਨਾਂ ਵਿੱਚੋਂ ਨਿਕਲਦੇ ਪਾਣੀ ਨੇ ਮੇਰੇ ਸਾਰੇ ਕੱਪੜੇ ਗਿੱਲੇ ਕਰ ਦਿੱਤੇ ਸਨ। ਉਸ ਨੂੰ ਆਪਣੇ ਸਾਹਮਣੇ ਇਸ ਤਰ੍ਹਾਂ ਦੇਖ ਕੇ ਮੈਨੂੰ ਸ਼ਰਮ ਆਉਣ ਲੱਗੀ। ਫਿਰ ਮੈਂ ਉਸ ਨੂੰ ਪੁੱਛਣ ਲੱਗੀ, ਸਹੁਰਾ ਜੀ ਤੁਹਾਨੂੰ ਕੋਈ ਕੰਮ ਸੀ? ਉਸ ਦੀਆਂ ਨਜ਼ਰਾਂ ਮੇਰੇ ਸਰੀਰ ਤੋਂ ਹਟ ਨਹੀਂ ਰਹੀਆਂ ਸਨ। ਇੱਕ ਅਜੀਬ ਜਿਹੀ ਪਿਆਸ ਉਸ ਦੀਆਂ ਅੱਖਾਂ ਵਿੱਚੋਂ ਦਿਖਾਈ ਦੇ ਰਹੀ ਸੀ। ਉਹ ਮੈਨੂੰ ਪੂਰੀ ਤਰ੍ਹਾਂ ਅਜੀਬ ਮਹਿਸੂਸ ਕਰ ਰਿਹਾ ਸੀ। ਫਿਰ ਉਸਨੇ ਮੇਰੇ ਵੱਲ ਦੇਖਿਆ ਤੇ ਕਿਹਾ ਕਿ ਅੱਜ ਮੈਂ ਬਹੁਤ ਇਕੱਲਾ ਮਹਿਸੂਸ ਕਰ ਰਿਹਾ ਸੀ, ਇਸ ਲਈ ਮੈਂ ਤੁਹਾਡੇ ਕੋਲ ਆ ਕੇ ਬੈਠਣ ਬਾਰੇ ਸੋਚਿਆ। ਮੈਂ ਵੀ ਅੱਖਾਂ ਨੀਵੀਆਂ ਕਰਕੇ ਕਿਹਾ ਕਿ ਕਿਉਂ ਨਹੀਂ, ਕਿ ਆਪਣੇ ਦਿਲ ਦੀ ਗੱਲ ਮੇਰੇ ਨਾਲ ਕਰ ਸਕਦੇ ਹੋ। ਫਿਰ ਮੈਂ ਕਹਿਣ ਲੱਗੀ ਕਿ ਅਸੀਂ ਇੱਥੇ ਬੈਠ ਕੇ ਗੱਲ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਨਹੀਂ, ਇੱਥੇ ਬੈਠ ਕੇ ਗੱਲ ਕਰਨਾ ਠੀਕ ਨਹੀਂ ਹੋਵੇਗਾ। ਜੇਕਰ ਇੱਥੇ ਬੈਠ ਕੇ ਗੱਲ ਕਰਾਂਗੇ ਤਾਂ ਬੱਚੇ ਨੀਂਦ ਤੋਂ ਜਾਗ ਜਾਣਗੇ। ਚਲੋ ਦੂਜੇ ਕਮਰੇ ਵਿੱਚ ਚੱਲੀਏ। ਮੈਂ ਉਸ ਦਾ ਕਹਿਣਾ ਮੰਨਣ ਲਈ ਮਜਬੂਰ ਸੀ, ਕਿਉਂਕਿ ਉਸਨੇ ਮੇਰਾ ਅਤੇ ਮੇਰੇ ਬੱਚਿਆਂ ਦਾ ਸਾਰਾ ਖਰਚਾ ਚੱਕਣਾ ਸੀ। ਇਸ ਲਈ ਮੈਂ ਦੁਪੱਟੇ ਨੂੰ ਠੀਕ ਤਰ੍ਹਾਂ ਲੈ ਕੇ ਉਸ ਦੀ ਗੱਲ ਮੰਨ ਕੇ ਦੂਜੇ ਕਮਰੇ ਚਲੀ ਗਈ। ਦੂਜੇ ਕਮਰੇ ਵਿੱਚ ਸਿਰਫ ਇੱਕ ਹੀ ਬੈੱਡ ਲੱਗਿਆ ਹੋਇਆ ਸੀ। ਜਿਵੇਂ ਹੀ ਮੈਂ ਮੰਜੇ ਤੇ ਬੈਠੀ, ਉਹ ਵੀ ਮੇਰੇ ਕੋਲ ਆ ਕੇ ਬੈਠ ਗਿਆ। ਫਿਰ ਉਸਨੇ ਮੈਨੂੰ ਦੱਸਿਆ ਕਿ ਅੱਜ ਮੈਨੂੰ ਆਪਣੀ ਪਤਨੀ ਦੀ ਬਹੁਤ ਯਾਦ ਆ ਰਹੀ ਹੈ। ਜਦੋਂ ਉਹ ਜਿਉਂਦੀ ਸੀ ਤਾਂ ਉਸਨੇ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹਨਾਂ ਦੀ ਕਮੀ ਨੂੰ ਪੂਰਾ ਕਰੋ। ਫਿਰ ਉਸਨੇ ਮੇਰਾ ਹੱਥ ਫੜ ਲਿਆ ਅਤੇ ਉਸਨੇ ਮੈਨੂੰ ਕਿਹਾ, ਵੇਖੋ ਇਸ ਸ਼ਹਿਰ ਵਿੱਚ ਮੇਰਾ ਬਹੁਤ ਆਦਰ ਅਤੇ ਸਥਾਨ ਹੈ। ਹਰ ਕੋਈ ਮੈਨੂੰ ਇੱਜ਼ਤ ਨਾਲ ਦੇਖਦਾ ਹੈ। ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਕੋਈ ਮੇਰੇ ਬਾਰੇ ਕਹੇ ਕਿ ਮੈਂ ਆਪਣੀ ਜਵਾਨ ਨੂੰਹ ਨੂੰ ਆਪਣੇ ਕੋਲ ਰੱਖਿਆ ਹੈ। ਇਸ ਲਈ ਤੁਸੀਂ ਕਿਸੇ ਦੇ ਸਾਹਮਣੇ ਘਰ ਦੀ ਗੱਲ ਨਹੀਂ ਕਰੋਗੇ ਅਤੇ ਨਾ ਹੀ ਇੱਥੇ ਕਿਸੇ ਔਰਤ ਨੂੰ ਘਰ ਬੁਲਾਓਗੇ। ਮੈਨੂੰ ਆਪਣੇ ਘਰ ਔਰਤ ਦਾ ਆਉਣਾ ਜਾਣਾ ਪਸੰਦ ਨਹੀਂ। ਮੈਂ ਹੈਰਾਨੀ ਨਾਲ ਉਸ ਦੀ ਗੱਲ ਨੂੰ ਸੁਣ ਰਹੀ ਸੀ ਤੇ ਹੈਰਾਨ ਰਹਿ ਗਈ ਜਦੋਂ ਉਸਨੇ ਅਚਾਨਕ ਮੇਰਾ ਹੱਥ ਫੜ ਲਿਆ। ਮੈਂ ਹੌਲੀ-ਹੌਲੀ ਆਪਣਾ ਹੱਥ ਉਸ ਦੇ ਹੱਥ ਤੋਂ ਛੁਡਾ ਲਿਆ। ਫਿਰ ਮੈਂ ਸਿਰ ਝੁਕਾ ਕੇ ਕਿਹਾ, ਸਹੁਰਾ ਜੀ ਤੁਸੀਂ ਚਿੰਤਾ ਨਾ ਕਰੋ, ਮੈਂ ਉਹੀ ਕਰਾਂਗੀ ਜੋ ਤੁਸੀਂ ਕਹੋਗੇ। ਇੱਥੇ ਕੋਈ ਵੀ ਔਰਤ ਨਹੀਂ ਆਵੇਗੀ ਅਤੇ ਨਾ ਹੀ ਮੈਂ ਕਿਸੇ ਨੂੰ ਆਪਣੇ ਘਰ ਬਾਰੇ ਦੱਸਾਂਗੀ। ਤੁਸੀਂ ਮੇਰੀ ਅਤੇ ਮੇਰੇ ਬੱਚਿਆਂ ਦੀ ਜ਼ਿੰਮੇਵਾਰੀ ਲਈ ਹੈ, ਇਸ ਲਈ ਮੈਂ ਤੁਹਾਡੀ ਬਹੁਤ ਰਿਣੀ ਹਾਂ। ਉਹ ਪਿਆਸੀਆਂ ਅੱਖਾਂ ਨਾਲ ਮੇਰੇ ਸਰੀਰ ਵੱਲ ਦੇਖਣ ਲੱਗਾ। ਮੇਰਾ ਦਿਲ ਬੁਰੀ ਤਰ੍ਹਾਂ ਨਾਲ ਧੜਕਣ ਲੱਗਾ, ਕਿਉਂਕਿ ਮੈਂ ਉਸ ਦੀ ਨਿਗਾਹ ਪੂਰੀ ਤਰ੍ਹਾਂ ਬਦਲਦੀ ਮਹਿਸੂਸ ਕਰ ਸਕਦੀ ਸੀ। ਫਿਰ ਉਹ ਹੌਲੀ-ਹੌਲੀ ਮੇਰੇ ਨੇੜੇ ਆਉਣ ਲੱਗਾ ਅਤੇ ਮੇਰੇ ਪਿੱਠ ਨੂੰ ਹੱਥ ਲਾਉਣ ਲੱਗਾ। ਮੈਂ ਝੱਟ ਉੱਠ ਕੇ ਉਸ ਨੂੰ ਸਖਤ ਲਫ਼ਜ਼ਾਂ ਵਿੱਚ ਕਿਹਾ, ਸਹੁਰਾ ਜੀ ਇਹ ਕੀ ਕਰ ਰਹੇ ਹੋ? ਮੇਰੇ ਮੂੰਹੋਂ ਦੱਬੀ ਹੋਈ ਆਵਾਜ਼ ਨਿਕਲੀ, ਕਿਉਂਕਿ ਮੈਨੂੰ ਲੱਗਾ ਜਿਵੇਂ ਉਹ ਮੇਰੇ ਨਾਲ ਕੁਝ ਗਲਤ ਕਰਨਾ ਚਾਹੁੰਦਾ ਹੋਵੇ। ਫਿਰ ਵੀ ਉਹ ਉੱਠ ਕੇ ਮੇਰੇ ਸਾਹਮਣੇ ਆਇਆ ਅਤੇ ਮੈਨੂੰ ਕਿਹਾ ਕਿ ਸ਼ੁਰੂ ਵਿੱਚ ਤਾਂ ਤੈਨੂੰ ਅਜੀਬ ਲੱਗੇਗਾ, ਪਰ ਹੌਲੀ-ਹੌਲੀ ਤੈਨੂੰ ਇਸ ਗੱਲ ਦੀ ਆਦਤ ਪੈ ਜਾਵੇਗੀ। ਉਹ ਮੈਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਫਿਰ ਵੀ ਮੈਂ ਸਮਝਣਾ ਨਹੀਂ ਚਾਹੁੰਦੀ ਸੀ। ਫਿਰ ਉਸਨੇ ਆਪਣੇ ਦੋਵੇਂ ਹੱਥ ਮੇਰੇ ਮੋਢਿਆਂ ਤੇ ਰੱਖੇ। ਉਹ ਮੈਨੂੰ ਕਹਿਣ ਲੱਗਾ, ਦੇਖ ਮੈਂ ਤੇਰੇ ਲਈ ਇੰਨੀ ਵੱਡੀ ਜ਼ਿੰਮੇਵਾਰੀ ਲਈ ਹੈ, ਬਦਲੇ ਵਿੱਚ ਤੁਹਾਡੇ ਕੋਲੋਂ ਮੈਨੂੰ ਵੀ ਕੁਝ ਚਾਹੀਦਾ ਹੈ। ਤੇਰਾ ਕੰਮ ਮੈਨੂੰ ਖੁਸ਼ ਕਰਨਾ ਹੈ। ਅੱਜ ਮੈਂ ਜਾ ਰਹਾ ਹਾਂ, ਪਰ ਧਿਆਨ ਨਾਲ ਸੁਣੋ ਤੇ ਸਮਝ ਲਓ ਕਿ ਤੁਹਾਨੂੰ ਮੈਨੂੰ ਹਰ ਕੀਮਤ ਤੇ ਖੁਸ਼ ਕਰਨਾ ਪਵੇਗਾ। ਉਸਨੇ ਆਪਣੀਆਂ ਮੈਲੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਅਤੇ ਕਹਿ ਕੇ ਹੇਠਾਂ ਚਲਾ ਗਿਆ। ਮੈਂ ਆਪਣੇ ਮਨ ਵਿੱਚ ਘਬਰਾਹਟ ਮਹਿਸੂਸ ਕਰ ਰਹੀ ਸੀ ਅਤੇ ਮੇਰਾ ਸਰੀਰ ਕੰਬ ਰਿਹਾ ਸੀ। ਮੇਰੇ ਪ੍ਰਤੀ ਉਸਦੇ ਇਰਾਦੇ ਬਹੁਤ ਗਲਤ ਹਨ। ਇਹ ਕਿਵੇਂ ਹੋ ਸਕਦਾ ਹੈ? ਆਖਿਰ ਉਹ ਕਿਸ ਤਰੀਕੇ ਨਾਲ ਖੁਸ਼ ਕਰਨ ਲਈ ਕਹਿ ਰਿਹਾ ਸੀ? ਉਸਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਉਸਦੇ ਪੁੱਤਰ ਦੀ ਵਿਧਵਾ ਅਤੇ ਉਸਦੇ ਪੋਤੇ ਪੋਤੀਆਂ ਦੀ ਮਾਂ ਹਾਂ। ਨੂੰਹ ਵੀ ਧੀ ਵਰਗੀ ਹੁੰਦੀ ਹੈ। ਇੱਕ ਦੋ ਦਿਨ ਇਸੇ ਤਰ੍ਹਾਂ ਲੰਘ ਗਏ। ਮੈਂ ਉਸਦੇ ਸਾਹਮਣੇ ਜਾਣ ਤੋਂ ਡਰਦੀ ਸੀ। ਮੈਂ ਫਟਾਫਟ ਖਾਣਾ ਹੇਠਾਂ ਰੱਖ ਦਿੰਦੀ ਅਤੇ ਉੱਪਰ ਆ ਜਾਂਦੀ। 1 ਮਿੰਟ ਲਈ ਵੀ ਉਸਦੇ ਕਮਰੇ ਵਿੱਚ ਨਾ ਰਹਿਣ ਦੀ ਕੋਸ਼ਿਸ਼ ਕਰਦੀ। ਫਿਰ ਇੱਕ ਦਿਨ ਕੁਝ ਅਜਿਹਾ ਹੋਇਆ ਜਿਸ ਦੀ ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀ। ਮੈਂ ਆਪਣੇ ਕਮਰੇ ਵਿੱਚ ਆਪਣੇ ਬੱਚਿਆਂ ਨਾਲ ਸੋ ਰਹੀ ਸੀ, ਕਿਉਂਕਿ ਗਰਮੀਆਂ ਦਾ ਮੌਸਮ ਚੱਲ ਰਿਹਾ ਸੀ, ਜਿਸ ਕਾਰਨ ਮੈਂ ਕਮਰੇ ਦੇ ਦਰਵਾਜ਼ੇ ਬੰਦ ਨਹੀਂ ਕਰ ਸਕਦੀ ਸੀ। ਕਮਰੇ ਵਿੱਚ ਏਸੀ ਨਹੀਂ ਸੀ। ਬਾਹਰ ਵਿਹੜੇ ਵਿੱਚ ਸੌਂਦਿਆਂ ਮੈਨੂੰ ਡਰ ਲੱਗਦਾ ਸੀ, ਇਸੇ ਲਈ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬੱਚਿਆਂ ਨਾਲ ਸੋ ਜਾਂਦੀ ਸੀ। ਮੈਂ ਸੌਂ ਰਹੀ ਸੀ ਜਦੋਂ ਮੈਨੂੰ ਲੱਗਾ ਜਿਵੇਂ ਕੋਈ ਮੇਰੇ ਨੇੜੇ ਖੜਾ ਹੈ, ਮੈਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਆਪਣੀ ਨੀਂਦ ਤੋਂ ਜਾਗੀ ਅਤੇ ਮੇਰੇ ਕੋਲ ਦੁਪੱਟਾ ਨਹੀਂ ਸੀ। ਫਿਰ ਮੈਂ ਆਪਣੀ ਸੁੱਤੀਆਂ ਅੱਖਾਂ ਖੋਲ੍ਹ ਕੇ ਦੇਖਿਆ ਤਾਂ ਮੇਰਾ ਸਹੁਰਾ ਮੈਨੂੰ ਜਗਾ ਰਿਹਾ ਸੀ। ਮੈਂ ਇੱਕਦਮ ਘਬਰਾ ਕੇ ਜਾਗੀ ਅਤੇ ਅੱਖਾਂ ਖੋਲ੍ਹ ਕੇ ਹੈਰਾਨੀ ਨਾਲ ਉਸ ਵੱਲ ਦੇਖਿਆ। ਉਹ ਮੈਨੂੰ ਕਹਿਣ ਲੱਗਾ, ਡਰੋ ਨਾ, ਮੈਂ ਹਾਂ ਮੀਨਾ।
ਮੈਨੂੰ ਤੇਰੇ ਨਾਲ ਕੁਝ ਕੰਮ ਸੀ। ਮੇਰਾ ਸਿਰ ਬਹੁਤ ਦਰਦ ਕਰ ਰਿਹਾ ਹੈ। ਕੁਝ ਦੇਰ ਲਈ ਮੇਰੇ ਸਿਰ ਨੂੰ ਦਬਾਓ। ਮੈਂ ਝੱਟ ਆਪਣੇ ਦੁਪੱਟੇ ਨੂੰ ਲੈਣ ਦੀ ਕੋਸ਼ਿਸ਼ ਕੀਤੀ ਜੋ ਸਾਹਮਣੇ ਸੋਫੇ ਤੇ ਪਿਆ ਸੀ। ਫਿਰ ਮੈਂ ਮੰਜੇ ਤੋਂ ਉੱਠੀ ਤੇ ਆਪਣੇ ਆਪ ਨੂੰ ਦੁਪੱਟੇ ਨਾਲ ਢੱਕਿਆ ਅਤੇ ਉਸ ਨੂੰ ਕਿਹਾ, ਸੋਹਰਾ, ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਲਈ ਚਾਹ ਬਣਾ ਦੇਵਾਂ। ਉਸਨੇ ਕਿਹਾ, ਮੈਂ ਨਹੀਂ ਚਾਹੁੰਦਾ, ਪਰ ਤੁਸੀਂ ਮੇਰੇ ਲਈ ਇੱਕ ਕੰਮ ਕਰੋ, ਆਪਣੇ ਸੋਹਣੇ ਹੱਥਾਂ ਨਾਲ ਮੇਰਾ ਸਿਰ ਦਬਾਓ। ਚਾਹ 'ਚ ਕੈਫੀਨ ਹੁੰਦੀ ਹੈ, ਇਸ ਨੂੰ ਪੀਣ ਨਾਲ ਦਰਦ ਵੱਧ ਜਾਂਦਾ ਹੈ। ਫਿਰ ਉਹ ਮੈਨੂੰ ਵਾਰ-ਵਾਰ ਕਹਿਣ ਲੱਗਾ ਕਿ ਮੈਂ ਹੇਠਾਂ ਕਮਰੇ ਵਿੱਚ ਤੁਹਾਡਾ ਇੰਤਜ਼ਾਰ ਕਰ ਰਿਹਾ ਹਾਂ। ਇਹ ਕਹਿ ਕੇ ਉਹ ਹੇਠਾਂ ਚਲਾ ਗਿਆ। ਮੈਂ ਹੈਰਾਨ ਅਤੇ ਪਰੇਸ਼ਾਨ ਖੜੀ ਸੀ। ਅੱਧੀ ਰਾਤ ਦੇ ਸਮੇਂ ਉਸਦੇ ਕਮਰੇ ਵਿੱਚ ਜਾਣਾ ਪਹਾੜ ਉੱਤੇ ਚੜ੍ਹਨ ਵਰਗਾ ਲੱਗਦਾ ਸੀ, ਪਰ ਉਸਦੀ ਗੱਲ ਮੰਨਣੀ ਵੀ ਜ਼ਰੂਰੀ ਸੀ ਕਿਉਂਕਿ ਮੈਂ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦੀ ਸੀ। ਆਖਿਰਕਾਰ ਉਹ ਮੇਰਾ ਤੇ ਮੇਰੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਆਪਣੀ ਮਜਬੂਰੀ ਬਾਰੇ ਸੋਚ ਕੇ ਮੈਂ ਹੇਠਾਂ ਵੱਲ ਨੂੰ ਜਾਣ ਲੱਗੀ। ਮੈਂ ਕਮਰੇ ਦਾ ਦਰਵਾਜ਼ਾ ਹਲਕਾ ਜਿਹਾ ਬੰਦ ਕਰ ਦਿੱਤਾ ਸੀ ਤਾਂ ਜੋ ਬੱਚੇ ਜਾਗ ਨਾ ਜਾਣ। ਹੇਠਾਂ ਕਮਰੇ ਦਾ ਦਰਵਾਜ਼ਾ ਪਹਿਲਾਂ ਹੀ ਖੁੱਲ੍ਹਾ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਆਉਣ ਦੀ ਉਡੀਕ ਕਰ ਰਿਹਾ ਹੋਵੇ। ਫਿਰ ਮੈਨੂੰ ਆਉਂਦਾ ਦੇਖ ਕੇ ਉਹ ਮੰਜੇ ਤੇ ਲੇਟ ਗਿਆ ਅਤੇ ਮੈਨੂੰ ਜਲਦੀ ਨਾਲ ਸਿਰ ਦਬਾਉਣ ਲਈ ਕਿਹਾ, ਇੰਨੇ ਸਮੇਂ ਤੋਂ ਮੈਂ ਤੁਹਾਡੇ ਆਉਣ ਦੀ ਉਡੀਕ ਕਰ ਰਿਹਾ ਹਾਂ ਅਤੇ ਸੌਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੈਨੂੰ ਨੀਂਦ ਨਹੀਂ ਆ ਰਹੀ। ਮੈਂ ਉਸ ਕੋਲ ਬੈਠ ਗਈ ਅਤੇ ਹੌਲੀ-ਹੌਲੀ ਉਸ ਦਾ ਸਿਰ ਦਬਾਉਣ ਲੱਗੀ। ਮੈਂ ਕੁਝ ਦੇਰ ਤੱਕ ਉਸ ਦਾ ਸਿਰ ਦਬਾਉਂਦੀ ਰਹੀ। ਫਿਰ ਅਚਾਨਕ ਉਸ ਨੇ ਆਪਣਾ ਸਿਰ ਚੁੱਕ ਕੇ ਮੇਰੀ ਗੋਦੀ ਵਿੱਚ ਰੱਖ ਲਿਆ। ਮੇਰਾ ਦਿਲ ਸੁੱਕੇ ਪੱਤੇ ਵਾਂਗ ਕੰਬ ਰਿਹਾ ਸੀ। ਮੇਰੇ ਨਾਲ ਇਹ ਕੀ ਹੋ ਰਿਹਾ ਸੀ ਅਤੇ ਉਹ ਕੀ ਕਰ ਰਹੇ ਸਨ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਨਾਲ ਅਣਉਚਿਤ ਸੰਬੰਧ ਬਣਾਉਣਾ ਚਾਹੁੰਦਾ ਸੀ। ਮੈਂ ਹੌਲੀ-ਹੌਲੀ ਉੱਠਣ ਲੱਗੀ ਤਾਂ ਅਚਾਨਕ ਉਸ ਨੇ ਮੈਨੂੰ ਝਟਕੇ ਨਾਲ ਖਿੱਚ ਲਿਆ ਤੇ ਆਪਣੇ ਉੱਪਰ ਡੇਗ ਲਿਆ। ਫਿਰ ਮੈਂ ਆਪਣੇ ਆਪ ਨੂੰ ਉਸ ਤੋਂ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਤਕੜਾ ਸੀ। ਉਸ ਨੇ ਮੈਨੂੰ ਇੰਨਾ ਕੱਸਿਆ ਹੋਇਆ ਸੀ ਕਿ ਮੇਰੀ ਕੋਸ਼ਿਸ਼ ਦੇ ਬਾਵਜੂਦ ਮੈਂ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕੀ। ਫਿਰ ਉਸ ਨੂੰ ਪੁੱਛਿਆ, ਸੋਹਰਾ ਜੀ, ਤੁਸੀਂ ਇਹ ਸਭ ਕੀ ਕਰ ਰਹੇ ਹੋ? ਤੁਸੀਂ ਮੇਰੇ ਨਾਲ ਅਜਿਹੇ ਗੰਦੇ ਕੰਮ ਕਿਵੇਂ ਕਰ ਸਕਦੇ ਹੋ? ਮੈਂ ਤੇਰੇ ਮਰੇ ਹੋਏ ਪੁੱਤ ਦੀ ਘਰਵਾਲੀ ਹਾਂ। ਘੱਟੋ ਘੱਟ ਤੂੰ ਆਪਣੇ ਉਸ ਪੁੱਤ ਦਾ ਖਿਆਲ ਰੱਖ। ਉਹ ਗੁੱਸੇ ਨਾਲ ਮੇਰੇ ਤੇ ਚੀਕਣ ਲੱਗਾ। ਤੁਸੀਂ ਉਦੋਂ ਤੱਕ ਉਸ ਦੀ ਪਤਨੀ ਸੀ ਤੇ ਜਦੋਂ ਤੱਕ ਮੇਰੇ ਪੁੱਤਰ ਨਾਲ ਤੁਹਾਡਾ ਰਿਸ਼ਤਾ ਸੀ ਉਸ ਸਮੇਂ ਤੂੰ ਮੇਰੀ ਨੂੰਹ ਸੀ, ਪਰ ਜਿਵੇਂ ਹੀ ਮੇਰਾ ਪੁੱਤਰ ਮਰਿਆ ਤੂੰ ਮੇਰੀ ਨੂੰਹ ਨਹੀਂ ਰਹੀ। ਜੇ ਤੁਸੀਂ ਇਸ ਘਰ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਮੇਰੇ ਅਨੁਸਾਰ ਤੁਹਾਨੂੰ ਮੇਰੀਆਂ ਸਾਰੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਉਸਨੇ ਮੈਨੂੰ ਇੱਕ ਝਟਕਾ ਦਿੱਤਾ ਅਤੇ ਮੈਨੂੰ ਮੰਜੇ ਤੇ ਪਾ ਦਿੱਤਾ। ਉਸਨੇ ਮੇਰੀ ਹੋਂਦ ਨੂੰ ਪੂਰੀ ਤਰ੍ਹਾਂ ਬੇਵੱਸ ਕਰ ਦਿੱਤਾ ਸੀ। ਮੈਂ ਆਪਣੀ ਸਸਤੀ ਹੋਂਦ ਨੂੰ ਚੁੱਕ ਲਿਆ ਅਤੇ ਆਪਣੇ ਜ਼ਖਮੀ ਦਿਲ ਨਾਲ ਆਪਣੇ ਕਮਰੇ ਦੀਆਂ ਪੌੜੀਆਂ ਚੜ੍ਹ ਗਈ। ਮੇਰੇ ਦੋਵੇਂ ਮਾਸੂਮ ਬੱਚੇ ਬੇਖੌਫ ਸੁੱਤੇ ਪਏ ਸਨ। ਉਹ ਨਹੀਂ ਜਾਣਦੇ ਸਨ ਕਿ ਉਹਨਾਂ ਦੀ ਮਾਂ ਨਾਲ ਕੀ ਕੁਝ ਹੋ ਰਿਹਾ ਸੀ। ਮੈਂ ਜਿਹੜੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੀ ਸੀ ਉਸ ਕਾਰਨ ਮੇਰਾ ਦਿਲ ਟੁੱਟ ਗਿਆ ਸੀ। ਫਿਰ ਮੈਂ ਨਹਾਉਣ ਲਈ ਬਾਥਰੂਮ ਚਲੀ ਗਈ। ਦੂਜੀ ਸਵੇਰ ਮੇਰੇ ਲਈ ਹੋਰ ਵੀ ਖਤਰਨਾਕ ਸਾਬਤ ਹੋਈ। ਮੈਂ ਆਪਣੇ ਜ਼ਖਮੀ ਦਿਲ ਨਾਲ ਰਸੋਈ ਵਿੱਚ ਨਾਸ਼ਤਾ ਤਿਆਰ ਕਰ ਰਹੀ ਸੀ। ਮੇਰਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਸੀ। ਹੁਣ ਮੈਂ ਹੇਠਾਂ ਜਾਣ ਤੋਂ ਵੀ ਝਿਜਕ ਰਹੀ ਸੀ, ਪਰ ਮੈਨੂੰ ਨਾਸ਼ਤਾ ਮੇਰੇ ਸਹੁਰੇ ਨੂੰ ਦੇਣ ਜਾਣਾ ਪੈਣਾ ਸੀ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹਨਾਂ ਨੇ ਮੈਨੂੰ ਇਸ ਘਰ ਵਿੱਚ ਰੱਖ ਕੇ ਆਪਣਾ ਕਿੰਨਾ ਫਾਇਦਾ ਸੋਚਿਆ ਸੀ ਅਤੇ ਇਹ ਫਾਇਦਾ ਉਹਨਾਂ ਨੇ ਹੁਣ ਪ੍ਰਾਪਤ ਕਰ ਲਿਆ ਸੀ। ਜਦੋਂ ਮੈਂ ਹੇਠਾਂ ਨਾ ਗਈ ਤਾਂ ਉਹ ਆਪ ਹੀ ਉੱਪਰ ਆ ਗਿਆ। ਉਹ ਮੇਰੇ ਕੋਲ ਰਸੋਈ ਵਿੱਚ ਆਇਆ ਤੇ ਪੁੱਛਿਆ, ਤੁਸੀਂ ਅੱਜ ਨਾਸ਼ਤਾ ਲੈ ਕੇ ਕਿਉਂ ਨਹੀਂ ਆਏ? ਮੈਂ ਉਸ ਦੀਆਂ ਗੱਲਾਂ ਦਾ ਕੋਈ ਜਵਾਬ ਨਾ ਦਿੱਤਾ ਅਤੇ ਚੁੱਪ ਰਹੀ। ਉਹ ਹੌਲੀ-ਹੌਲੀ ਕਹਿਣ ਲੱਗਾ, ਦੇਖੋ, ਰਾਤ ਨੂੰ ਜੋ ਵੀ ਹੋਇਆ ਭੁੱਲ ਜਾਓ ਤੇ ਆਪਣੀ ਜ਼ਿੰਦਗੀ ਜੀਓ, ਖਾਓ, ਪੀਓ ਅਤੇ ਜ਼ਿੰਦਗੀ ਦਾ ਆਨੰਦ ਲਓ। ਜੇ ਤੁਸੀਂ ਮੈਨੂੰ ਇਸੇ ਤਰ੍ਹਾਂ ਖੁਸ਼ ਰੱਖਦੇ ਹੋ ਤਾਂ ਮੈਂ ਵੀ ਤੁਹਾਨੂੰ ਹਮੇਸ਼ਾ ਖੁਸ਼ ਰੱਖਾਂਗਾ। ਮੈਂ ਤੁਹਾਨੂੰ ਬਹੁਤ ਸਾਰੀਆਂ ਐਸ਼ੋ ਆਰਾਮ ਅਤੇ ਸੁੱਖ ਸਹੂਲਤਾਂ ਦੇਵਾਂਗਾ। ਉਸ ਦੀਆਂ ਗੱਲਾਂ ਸੁਣ ਕੇ ਮੈਂ ਗੁੱਸੇ ਨਾਲ ਉਸ ਤੋਂ ਮੂੰਹ ਫੇਰ ਲਿਆ। ਫਿਰ ਚੁੱਪਚਾਪ ਨਾਸ਼ਤਾ ਟਰੇ ਵਿੱਚ ਪਾ ਦਿੱਤਾ। ਹੁਣ ਇੰਜ ਲੱਗਦਾ ਸੀ ਜਿਵੇਂ ਮੇਰੀ ਜ਼ਿੰਦਗੀ ਨੇ ਨਵਾਂ ਮੋੜ ਲੈਣਾ ਸ਼ੁਰੂ ਕਰ ਦਿੱਤਾ ਹੋਵੇ। ਸਾਰਾ ਦਿਨ ਸਿਰਫ ਮੈਂ, ਮੇਰਾ ਸਹੁਰਾ ਅਤੇ ਮੇਰੇ ਬੱਚੇ ਹੀ ਘਰ ਵਿੱਚ ਰਹਿੰਦੇ। ਬਾਹਰੋਂ ਕੋਈ ਮਰਦ ਜਾਂ ਔਰਤ ਘਰ ਵਿੱਚ ਨਹੀਂ ਆਉਂਦਾ ਸੀ। ਹੁਣ ਉਹ ਹਫ਼ਤੇ ਵਿੱਚ 1 ਜਾਂ 2 ਵਾਰ ਮੇਰੇ ਨਾਲ ਇਹੀ ਪਾਪ ਕਰਨ ਲੱਗ ਪਿਆ। ਕਈ ਵਾਰ ਮਨ ਵਿੱਚ ਖਿਆਲ ਆਉਂਦਾ ਕਿ ਮੈਂ ਆਪਣੀ ਮਾਂ ਅਤੇ ਮੇਰੇ ਭਰਾ ਨੂੰ ਆਪਣੇ ਸਹੁਰੇ ਦੀ ਅਸਲੀਅਤ ਦੱਸ ਕੇ ਮੈਂ ਆਪਣੇ ਬੱਚਿਆਂ ਸਮੇਤ ਸਦਾ ਲਈ ਇੱਥੋਂ ਚਲੀ ਜਾਵਾਂ। ਮੈਂ ਇਹ ਘਰ ਛੱਡ ਦੇਣਾ ਚਾਹੁੰਦੀ ਸੀ, ਪਰ ਫਿਰ ਮੈਂ ਇਹ ਸੋਚ ਕੇ ਡਰ ਜਾਂਦੀ ਕਿ ਸ਼ਾਇਦ ਮੇਰਾ ਸਹੁਰਾ ਮੇਰੇ ਭਰਾ ਨੂੰ ਕਹੇ ਕਿ ਮੇਰਾ ਚਰਿੱਤਰ ਖਰਾਬ ਹੈ ਅਤੇ ਫਿਰ ਇੰਨੇ ਸਾਲਾਂ ਤੋਂ ਉਸਨੇ ਵਿਆਹ ਵੀ ਨਹੀਂ ਕੀਤਾ ਸੀ। ਅਕਸਰ ਲੋਕ ਉਸ ਬਾਰੇ ਦੱਸਦੇ ਹਨ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਇੱਕ ਔਰਤ ਨੂੰ ਛੱਡ ਕੇ ਕਿਸੇ ਹੋਰ ਔਰਤ ਨੂੰ ਕਦੇ ਪਿਆਰ ਨਹੀਂ ਕੀਤਾ ਅਤੇ ਨਾ ਹੀ ਉਸਨੇ ਕਿਸੇ ਔਰਤ ਵੱਲ ਤੱਕਿਆ। ਪਰ ਲੋਕ ਇਹ ਨਹੀਂ ਜਾਣਦੇ ਸਨ ਕਿ ਉਸ ਦੇ ਮਨ ਵਿੱਚ ਮੇਰੇ ਲਈ ਕਿੰਨਾ ਗੰਦ ਭਰਿਆ ਹੋਇਆ ਸੀ ਤੇ ਉਹ ਮੇਰੇ ਨਾਲ ਇਹ ਗੰਦਾ ਕੰਮ ਕਰ ਰਿਹਾ ਸੀ। ਇਸੇ ਤਰ੍ਹਾਂ ਕੁਝ ਦਿਨ ਬੀਤ ਗਏ ਅਤੇ ਮੇਰਾ ਹਰ ਰੋਜ਼ ਉਸ ਗੰਦੇ ਮਾਹੌਲ ਵਿੱਚ
ਦਮ ਘੁੱਟਦਾ ਰਹਾ। ਹਰ ਦਿਨ ਮੇਰੇ ਲਈ ਸਜ਼ਾ ਬਣ ਗਿਆ। ਉਸਨੇ ਮੇਰੇ ਬੱਚਿਆਂ ਨੂੰ ਸ਼ਹਿਰ ਦੇ ਸਭ ਤੋਂ ਮਸ਼ਹੂਰ ਸਕੂਲ ਵਿੱਚ ਦਾਖਲਾ ਵੀ ਦਿਵਾਇਆ। ਉਸਨੇ ਕਿਹਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਹੀ ਮੇਰਾ ਕਹਿਣਾ ਮੰਨਦੇ ਰਹੇ ਤਾਂ ਉਹ ਮੇਰੇ ਬੱਚਿਆਂ ਨੂੰ ਇਸੇ ਤਰ੍ਹਾਂ ਦੇ ਐਸ਼ ਕਰਵਾਉਂਦੇ ਰਹਿਣਗੇ ਅਤੇ ਉਹਨਾਂ ਦੇ ਆਰਾਮ ਲਈ ਹਰ ਚੰਗੀ ਚੀਜ਼ ਲਿਆਉਣਗੇ। ਪਰ ਮੈਂ ਅੰਦਰੋਂ ਮਰ ਰਹੀ ਸੀ। ਮੈਨੂੰ ਲੱਗਾ ਜਿਵੇਂ ਕਿਸੇ ਦਿਨ ਮੈਂ ਜ਼ਹਿਰ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਵਾਂਗੀ। ਹਰ ਦੂਜੇ ਦਿਨ ਉਸ ਦੇ ਬਿਸਤਰੇ 'ਤੇ ਜਾਣਾ ਮੈਨੂੰ ਲੱਗਦਾ ਸੀ ਜਿਵੇਂ ਬਲਦੇ ਕੋਲਿਆਂ 'ਤੇ ਪੈਰ ਰੱਖ ਰਹੀ ਹਾਂ। ਮੈਂ ਹਰ ਰੋਜ਼ ਉਸ ਅੱਗ ਵਿੱਚ ਸੜ ਰਹੀ ਸੀ ਅਤੇ ਮੇਰੀ ਆਤਮਾ ਉਸ ਵਿੱਚ ਭਸਮ ਹੋ ਰਹੀ ਸੀ। ਮੈਨੂੰ ਹੁਣ ਜੀਣ ਨਾਲੋਂ ਮਰਨਾ ਸੌਖਾ ਲੱਗ ਰਿਹਾ ਸੀ। ਪਰ ਜਦੋਂ ਮੈਂ ਆਪਣੇ ਬੱਚਿਆਂ ਬਾਰੇ ਸੋਚਦੀ ਸੀ ਕਿ ਮੇਰੀ ਮੌਤ ਤੋਂ ਬਾਅਦ ਉਹਨਾਂ ਦਾ ਕੀ ਹੋਵੇਗਾ, ਇਹ ਬੱਚੇ ਮੇਰੇ ਅਤੇ ਰਵੀ ਦੀ ਨਿਸ਼ਾਨੀ ਹਨ। ਇੱਕ ਦਿਨ ਕੁਝ ਅਜਿਹਾ ਹੋਇਆ ਜਿਸ ਦੀ ਮੈਨੂੰ ਉਮੀਦ ਵੀ ਨਹੀਂ ਸੀ। ਇੱਕ ਦਿਨ ਜਦੋਂ ਬੱਚੇ ਸਕੂਲ ਗਏ ਹੋਏ ਸਨ ਤਾਂ ਮੇਰਾ ਸਹੁਰਾ ਮੈਨੂੰ ਕਮਰੇ ਵਿੱਚ ਬੁਲਾ ਰਿਹਾ ਸੀ। ਮੈਨੂੰ ਲੱਗਾ ਜਿਵੇਂ ਰਸੋਈ ਵਿੱਚ ਰੱਖਿਆ ਚਾਕੂ ਚੁੱਕ ਕੇ ਉਸ ਨੂੰ ਮਾਰ ਦੇਵਾਂ। ਮੈਂ 5 ਸਾਲ ਤੋਂ ਇਹੀ ਸਜ਼ਾ ਭੁਗਤ ਰਹੀ ਸੀ। ਹੁਣ ਮੇਰੀ ਬਰਦਾਸ਼ਤ ਦੀ ਹੱਦ ਹੋ ਗਈ ਸੀ। ਉਹ ਮੈਨੂੰ ਖਿੱਚ ਕੇ ਆਪਣੇ ਕਮਰੇ ਵਿੱਚ ਲੈ ਜਾ ਰਿਹਾ ਸੀ। ਸ਼ਾਇਦ ਗਲਤੀ ਨਾਲ ਉਹ ਆਪਣੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਛੱਡ ਗਿਆ ਸੀ। ਉਹ ਮੈਨੂੰ ਇਸ ਤਰ੍ਹਾਂ ਖਿੱਚ ਰਿਹਾ ਸੀ ਜਿਵੇਂ ਮੈਂ ਕੋਈ ਇਨਸਾਨ ਨਹੀਂ ਹਾਂ। ਫਿਰ ਅਚਾਨਕ ਮੇਰੀ ਨਨਦ ਕਮਰੇ ਵਿੱਚ ਆ ਗਈ। ਮੈਨੂੰ ਕੁਝ ਸਮਝ ਨਹੀਂ ਆਇਆ। ਆਪਣੀ ਅੱਖਾਂ ਨਾਲ ਉਸਨੇ ਆਪਣੇ ਪਿਤਾ ਨੂੰ ਮੇਰੇ ਤੇ ਜ਼ਬਰਦਸਤੀ ਕਰਦੇ ਦੇਖਿਆ। ਉਸ ਦੀਆਂ ਅੱਖਾਂ ਵਿੱਚ ਆਪਣੇ ਪਿਤਾ ਲਈ ਸਖਤ ਨਫ਼ਰਤ ਸੀ। ਮੈਂ ਉੱਚੀ ਉੱਚੀ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਮੈਨੂੰ ਛੱਡ ਦਿਓ ਅਤੇ ਮੈਂ ਉਸ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੀ ਸੀ ਕਿ ਸਹੁਰਾ ਸਾਹਿਬ, ਰੱਬ ਦੀ ਖਾਤਰ ਰੁਕੋ ਅਤੇ ਮੈਨੂੰ ਜਾਣ ਦਿਓ। ਮੈਨੂੰ ਤੁਹਾਡੇ ਵਾਂਗ ਇਹਨਾਂ ਗੁਨਾਹਾਂ ਵਿੱਚ ਸ਼ਾਮਲ ਨਾ ਕਰੋ। ਪਰ ਉਹ ਪਾਪੀ ਆਦਮੀ ਉਸ ਸਾਰੀ ਇੱਜ਼ਤ ਨੂੰ ਲਤਾੜਦਾ ਹੋਇਆ ਮੈਨੂੰ ਕਮਰੇ ਦੇ ਅੰਦਰ ਖਿੱਚ ਰਿਹਾ ਸੀ। ਮੇਰੀ ਨਨਦ ਇਹ ਸਾਰੀ ਘਟਨਾ ਆਪਣੀ ਅੱਖਾਂ ਨਾਲ ਦੇਖ ਰਹੀ ਸੀ। ਉਹ ਆਪਣੇ ਪਿਤਾ ਕੋਲ ਆਈ ਤੇ ਕਹਿਣ ਲੱਗੀ, ਮੈਂ ਸਮਝਦੀ ਸੀ ਕਿ ਮੇਰੇ ਪਿਤਾ ਵੱਡੇ ਦਿਲ ਵਾਲੇ ਹਨ, ਜਿਨ੍ਹਾਂ ਨੇ ਆਪਣੇ ਪੁੱਤਰ ਦੀ ਮੌਤ ਤੋਂ ਬਾਅਦ ਆਪਣੀ ਵਿਧਵਾ ਨੂੰਹ ਅਤੇ ਉਸਦੇ ਬੱਚਿਆਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ। ਪਰ ਮੈਂ ਨਹੀਂ ਜਾਣਦੀ ਸੀ ਕਿ ਤੂੰ ਅਜਿਹਾ ਘਟੀਆ ਬੰਦਾ ਹੈ ਜੋ ਆਪਣੀ ਨੂੰਹ ਨਾਲ ਆਪਣੀ ਵਾਸਨਾ ਪੂਰੀ ਕਰ ਰਿਹਾ ਹੈ ਅਤੇ ਤੂੰ ਆਪਣੀ ਵਾਸਨਾ ਪੂਰੀ ਕਰਨ ਲਈ ਇਸ ਘਰ ਵਿੱਚ ਰਵੀ ਭਾਈ ਦੀ ਘਰਵਾਲੀ ਨੂੰ ਥਾਂ ਦਿੱਤੀ ਹੈ। ਕਾਸ਼ ਤੁਸੀਂ ਭਾਬੀ ਨੂੰ ਗਲਤ ਨਿਗਾਹ ਨਾਲ ਦੇਖਣ ਦੀ ਬਜਾਏ ਉਸ ਨੂੰ ਧੀ ਦੇ ਨਜ਼ਰੀਏ ਤੋਂ ਦੇਖਿਆ ਹੁੰਦਾ। ਮੈਨੂੰ ਉਮੀਦ ਨਹੀਂ ਸੀ ਕਿ ਤੁਸੀਂ ਇੰਨੇ ਡਿੱਗ ਜਾਓਗੇ। ਅੱਜ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਕਿਉਂਕਿ ਜਿਸ ਪਿਤਾ ਦੀ ਮੈਂ ਬਹੁਤ ਇੱਜ਼ਤ ਕਰਦੀ ਸੀ ਉਹ ਸਦਾ ਲਈ ਮੇਰੀ ਨਜ਼ਰ ਤੋਂ ਡਿੱਗ ਗਿਆ ਹੈ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਤੋਂ ਬਾਅਦ ਮੇਰਾ ਤੁਹਾਡੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਮੇਰਾ ਪਿਤਾ ਮੇਰੇ ਲਈ ਮਰ ਗਿਆ ਹੈ ਅਤੇ ਤੁਸੀਂ ਇਹ ਭੁੱਲ ਗਏ ਹੋ ਕਿ ਤੁਹਾਡੀ ਵੀ ਇੱਕ ਧੀ ਸੀ, ਕਿਉਂਕਿ ਜੋ ਵਿਅਕਤੀ ਦੂਜਿਆਂ ਦੀ ਧੀ ਨੂੰ ਬਰਬਾਦ ਕਰਦਾ ਹੈ ਉਹ ਇਨਸਾਨ ਕਹਾਉਣ ਦਾ ਹੱਕਦਾਰ ਨਹੀਂ ਹੈ, ਉਹ ਇੱਕ ਜਾਨਵਰ ਕਰਦਾ ਹੈ। ਮੇਰੀ ਨਨਦ ਰੋਂਦੀ ਹੋਈ ਉੱਥੋਂ ਚਲੀ ਗਈ ਤੇ ਮੇਰਾ ਸਹੁਰਾ ਚੁੱਪਚਾਪ ਸੁਣਦਾ ਰਿਹਾ। ਉਹ ਬਹੁਤ ਸ਼ਰਮ ਮਹਿਸੂਸ ਕਰ ਰਿਹਾ ਸੀ। ਫਿਰ ਇੱਕ ਦਿਨ ਪਤਾ ਲੱਗਾ ਕਿ ਉਹ ਇਹ ਸਭ ਕੁਝ ਛੱਡ ਕੇ ਕਿਤੇ ਚਲਾ ਗਿਆ। ਉਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਲੱਗ ਸਕਿਆ ਆਖਿਰ ਉਹ ਕਿੱਥੇ ਗਿਆ। ਪਰ ਉਸ ਦੇ ਕਮਰੇ ਵਿੱਚ ਇੱਕ ਕਾਗਜ਼ ਰੱਖਿਆ ਹੋਇਆ ਸੀ ਜਿਸ ਉੱਤੇ ਵਸੀਅਤ ਲਿਖੀ ਹੋਈ ਸੀ। ਉਸਨੇ ਮੇਰੇ ਅਤੇ ਮੇਰੇ ਬੱਚਿਆਂ ਦੇ ਨਾਮ ਤੇ ਸਭ ਕੁਝ ਕਰ ਦਿੱਤਾ ਸੀ। ਸ਼ਾਇਦ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੋਇਆ ਸੀ, ਇਸ ਲਈ ਉਸਨੇ ਆਪਣੀ ਸਾਰੀ ਜਾਇਦਾਦ ਦੇ ਦਿੱਤੀ। ਇਸ ਨੂੰ ਮੇਰੇ ਅਤੇ ਮੇਰੇ ਬੱਚਿਆਂ ਦੇ ਨਾਮ ਤੇ ਬਣਾਇਆ ਹੈ। ਜੋ ਮੇਰੇ ਨਾਲ ਹੋਇਆ ਉਹ ਕਿਸੇ ਦੀ ਵੀ ਘਰਵਾਲੀ ਨਾਲ ਨਾ ਹੋਵੇ। ਮੈਂ ਦੁਆ ਕਰਦੀ ਹਾਂ ਕਿ ਹਰ ਵਿਧਵਾ ਔਰਤ ਨੂੰ ਵੀ ਚੰਗੀ ਜ਼ਿੰਦਗੀ ਅਤੇ ਇੱਜ਼ਤ ਮਿਲੇ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਕਿਰਪਾ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ ਤਾਂ ਜੋ ਅਗਲੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ।